ਤੇ ਹੁਣ ਰੋਕ ਲੱਗ ਗਈ ਹੈ ਜੀ। ਦੇਖੋ ਪ੍ਰਵੀਨ ਜੀ, ਪਹਿਲੀ ਗੱਲ ਤੇ ਇਹ ਆ ਕਿ ਜੋ ਪੰਜਾਬ ਦੇ ਵਿੱਚ ਹੁੰਦਾ ਪਿਆ, ਜੋ ਆਪਾਂ ਦੇਖਦੇ ਪਏ ਆ, ਜੀ ਜੀ ਖਾਸ ਤੌਰ ਤੇ ਪੰਚਾਇਤੀ ਚੋਣਾਂ ਤੇ ਉਸ ਤੋਂ ਬਾਅਦ ਇਹ ਸਥਾਨਕ ਸਰਕਾਰਾਂ ਦਾ ਜਿਹੜਾ ਇਲੈਕਸ਼ਨ ਹੈ ਉਹਦਾ ਅਮਲ ਜੋ ਚੱਲਿਆ, ਤੇ ਜਿਹਦੇ ਵਿੱਚ ਆਪਾਂ ਐਸੀਆਂ ਵੀਡੀਓਜ਼, ਐਸੀਆਂ ਖਬਰਾਂ ਦੇਖੀਆਂ ਕਿ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਕਿ ਇਹ ਉਹ ਪੰਜਾਬ ਆ ਜਿੱਥੇ ਧੀ ਭੈਣ ਦੀ ਇੱਜ਼ਤ ਕੀਤੀ ਜਾਂਦੀ ਆ, ਤੇ ਵੋਟਾਂ ਖਾਤਰ ਜਾਂ ਵੋਟਾਂ 'ਚ ਜਿੱਤ ਦੀ ਖਾਤਰ ਇੱਥੇ ਧੀਆਂ ਭੈਣਾਂ ਨੂੰ ਥੱਲੇ ਸੁੱਟ ਕੇ ਰੋਲਿਆ ਜਾਂਦਾ, ਕਚੋਲਿਆ ਜਾਂਦਾ। ਲੀੜੇ ਤੱਕ ਫਟੇ ਨੇ ਸਰ। ਵੀਡੀਓ ਭੇਜੀ ਆ ਕੌਮੀ ਮਹਿਲਾ ਕਮਿਸ਼ਨ ਨੂੰ, ਜੈ ਇੰਦਰ ਕੌਰ ਨੇ ਇੱਕ ਵੀਡੀਓ ਭੇਜੀ ਆ, ਔਰ ਉਹਦੇ 'ਚ ਬੇਸ਼ਰਮ ਚੇਤਨ ਸਿੰਘ ਜੌੜਾ ਮਾਜਰਾ, ਕੋਹਲੀ, ਇਹ ਦੋਨੇ ਵਿਧਾਇਕ ਜਿਹੜੇ ਆ, ਇਹ ਇਸ ਗੰਦੇ ਕਾਰੇ ਦੇ ਮੌਕੇ ਤੇ ਉੱਥੇ ਹਾਜ਼ਰ ਨੇ ਸਰ। ਵੀਡੀਓ ਬਕਾਇਦਾ ਗਈ ਆ ਰਿਕਾਰਡ ਤੇ ਹਾਈ ਕੋਰਟ ਦੇ ਵਿੱਚ ਵੀ ਜਦੋਂ ਕੱਲ ਇਹ ਇੱਕ ਵੀਡੀਓ ਪਲੇ ਕੀਤੀ ਗਈ ਜੀ, ਗੱਲ ਨੂੰ ਗੌਰ ਨਾਲ ਸੁਣਿਓ, ਜਦੋਂ ਹਾਈ ਕੋਰਟ ਨੇ ਵੀਡੀਓ ਦੇਖੀ ਤਾਂ ਹਾਈ ਕੋਰਟ ਨੇ ਅੱਜ ਜਿਹੜੀ ਗੱਲ ਕਹੀ ਆ ਉਸ ਵੀਡੀਓ ਦੇ ਆਧਾਰ ਤੇ ਕਹੀ ਆ ਕਿ 4 ਮੁਲਾਜ਼ਮ ਜਿਹੜੇ 4 ਪੁਲਿਸ ਵਾਲੇ ਆ, ਉਹਨਾਂ ਨੂੰ ਜਦੇ ਮਤਲਬ ਕਿ ਹੁਣੇ ਹੀ ਸਰ ਵੀ ਤੁਸੀਂ ਖੜੇ ਪੈਰ ਸਸਪੈਂਡ ਕਰੋ। ਇਹਨਾਂ ਨੇ ਕਿਹਾ ਜੀ ਸਾਨੂੰ ਕੁਝ ਸਮਾਂ ਦਿਓ। ਉਹਨਾਂ ਕਿਹਾ ਨਾ, 15 ਮਿੰਟਾਂ ਦੇ ਅੰਦਰ ਅੰਦਰ ਇਹ ਸਸਪੈਂਡ ਹੋਣੇ ਚਾਹੀਦੇ ਆ। ਇਹਨਾਂ ਦੇ ਕੋਲ ਗੁੰਡਾਗਰਦੀ ਹੋਣ ਡਈ ਆ, ਗੁੱਛਾਗਰਦੀ ਹੋਣ ਡਈ ਆ, ਇਹ ਉੱਥੇ ਬੁੱਤ ਬਣ ਕੇ ਖਲੋਤੇ ਨੇ। ਸਹੀ ਬਿਲਕੁਲ ਸਹੀ। ਤਾਂ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਸਥਿਤੀ ਬਣਾ ਦਿੱਤੀ ਇਹਨਾਂ ਅਖੌਤੀ ਇਨਕਲਾਬੀਆਂ ਨੇ, ਅਖੌਤੀ ਜਿਹੜੇ ਬਦਲਾਅ ਦਾ ਇਹ ਝੰਡਾ ਬਰਦਾਰ ਬਣੇ ਹੋਏ ਸੀਗੇ, ਇਹਨਾਂ ਨੇ ਤੇ ਬਿਲਕੁਲ ਗੰਢੇ ਗਾਲ ਕੇ ਰੱਖ ਦਿੱਤੇ ਨੇ। ਮੈਂ ਲਿਟਰਲੀ ਕਹਾਂ, ਅਫਸੋਸ ਨਾਲ ਕਹਾਂ ਕਿ ਬਿਲਕੁਲ ਧੋ ਕੇ ਰੱਖ ਦਿੱਤਾ ਸਭ ਕੁਝ। ਨਾ ਇਹਨਾਂ ਤੋਂ ਇਕਨੋਮੀ ਸੰਭਲੀ ਆ, ਨਾ ਇਹਨਾਂ ਤੋਂ ਪੱਗ ਸੰਭਲੀ ਆ ਸਾਡੇ ਪੰਜਾਬ ਦੀ, ਨਾ ਇਹਨਾਂ ਤੋਂ ਆਪਣਾ ਆਪ ਹੀ ਸੰਭਲ ਪਾ ਰਿਹਾ। ਖੈਰ, ਹਾਈ ਕੋਰਟ ਨੇ ਪਟਿਆਲਾ ਨਗਰ ਨਿਗਮ ਦੇ 8 ਵਾਰਡਾਂ ਤੇ ਅਤੇ ਧਰਮਕੋਟ, ਇਹ ਮੈਂ ਤੁਹਾਨੂੰ ਖਾਸ ਤੌਰ ਤੇ ਨਾਂ ਦੱਸੇ ਸਨ, ਧਰਮਕੋਟ, ਬਾਘਾ ਪੁਰਾਣਾ ਕਿ ਇਹਨਾਂ ਫਤਿਹਗੜ੍ਹ ਪੰਜਤੂਰ, ਇਹਨਾਂ ਦੇ ਵਿੱਚ ਇੱਕ ਵੀ ਕਾਗਜ਼ ਨਹੀਂ ਸੀ ਭਰਨ ਦਿੱਤਾ ਗਿਆ। ਤਾਂ ਮਤਲਬ ਕਿ ਧਰਮਕੋਟ ਦੇ 8 ਵਾਰਡਾਂ ਦੇ ਵਿੱਚ ਇਲੈਕਸ਼ਨ ਨਹੀਂ ਹੋਣ ਜਾ ਰਿਹਾ। ਜੇ ਤੁਸੀਂ ਦੇਖੋਗੇ ਤੇ ਪਟਿਆਲਾ ਨਗਰ ਨਿਗਮ ਦੇ ਵੀ 8 ਵਾਰਡ ਹੀ ਇਸ ਤਰ੍ਹਾਂ ਦੇ ਆ ਜਿਨ੍ਹਾਂ ਤੇ ਸਟੇ ਹੋ ਗਿਆ। ਹਾਲਾਂਕਿ ਸਮੁੱਚੀ ਇਲੈਕਸ਼ਨ ਦੀ ਪ੍ਰਕਿਰਿਆ ਨੂੰ ਰੋਕਣ ਦੀ ਚਾਰਾਜੋਈ ਜਿਹੜੀ ਹੈ ਉਹ ਰੱਦ ਹੋ ਗਈ। ਇਲੈਕਸ਼ਨ ਹੀ ਰੋਕੋ, ਤੁਸੀਂ ਸਮੁੱਚੀ ਇਲੈਕਸ਼ਨ ਪ੍ਰਕਿਰਿਆ ਨੂੰ ਇੱਕ ਵਾਰੀ ਠੱਲ ਦਿਓ, ਪਰ ਉਹਨਾਂ ਨੇ ਨਹੀਂ ਮੰਨੀ ਚਾਰਾਜੋਈ, ਪਰ ਕੁਝ ਵਾਰਡਾਂ ਤੇ ਰੋਕ ਜ਼ਰੂਰ ਲਾ ਦਿੱਤੀ ਆ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਅੱਜ ਵੀ ਇਹ ਮਾਹੌਲ ਜਿਹੜਾ ਗਰਮਾਇਆ ਹੋਇਆ ਸੀਗਾ ਲੁਧਿਆਣੇ ਦੇ ਵਿੱਚ, ਸ਼ਰਾਬ ਵਾਲੇ ਫੜੇ ਗਏ ਆਮ ਆਦਮੀ ਪਾਰਟੀ ਦੇ ਵਰਕਰ, ਕਾਰ ਛੱਡ ਕੇ ਉੱਥੋਂ ਨੱਸ ਗਏ ਨੇ। ਹੁਣ ਕਾਂਗਰਸੀਆਂ ਨੇ ਵੀਡੀਓ ਬਣਾਈ, ਮੈਂ ਦੇਖ ਰਿਹਾ ਸੀਗਾ। ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤੇ ਇੱਕ ਇਹਨਾਂ ਦੀ ਉੱਥੇ ਵਿਧਾਇਕਾ ਬੀਬੀ ਸ਼ੀਨਾ, ਜਿਹਨੂੰ ਇੱਕ ਇਕਲੌਤੀ ਨੂੰ ਛੱਡਦੀ ਹੈ, ਬਾਕੀ 6 ਦੇ 6 ਜਿਹੜੇ ਵਿਧਾਇਕ ਆ ਇਹਨਾਂ ਦੇ, ਕਿਸੇ ਦਾ ਭਰਾ, ਕਿਸੇ ਦੀ ਪਤਨੀ, ਕਿਸੇ ਦਾ ਕਜ਼ਨ ਬ੍ਰਦਰ, ਸਾਰੇ ਇਲੈਕਸ਼ਨਾਂ 'ਚ ਨੇ। ਇੱਕ ਐਸਾ ਐਮਐਲਏ ਜਿਹਦੇ ਇੱਕ ਪਤਨੀ ਤੇ ਉਹਦਾ ਭਰਾ ਦੋਨੇ ਹੀ ਲੜ ਰਹੇ ਨੇ। ਹਿਸਾਬ ਲਾ ਲਓ ਇਹ ਪਰਿਵਾਰਵਾਦ ਨੂੰ ਖਤਮ ਕਰਨ ਆਏ ਸਨ। ਤਾਂ ਬੀਬੀ ਸ਼ੀਨਾ ਨੇ ਦਾਅਵਾ ਕੀਤਾ ਕਿ ਮੈਂ ਸ਼ਰਾਬ ਫੜੀ ਆ ਰੇਡ ਮਾਰ ਕੇ, ਆਖੇ 1 ਪੇਟੀ ਸ਼ਰਾਬ ਫੜੀ ਆ ਕਿਸੇ ਦੀ ਕਾਰ ਚੋਂ ਭਾਲਾ, ਤੇ ਤੁਸੀਂ ਹਿਸਾਬ ਲਾ ਲਓ ਕਿ ਦੇਰ ਸ਼ਾਮੀ ਇਹਨਾਂ ਦੇ ਬੰਦੇ ਫੜੇ ਗਏ ਮੜਦੇ, ਕਾਰ ਛੱਡ ਕੇ ਝੰਡਾ ਝੁੰਡਾ ਲੱਗਾ ਸੀਗਾ, ਨੱਸ ਗਏ ਨੇ ਉੱਥੋਂ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਬਈ ਜੋ ਇਹ ਇਲੈਕਸ਼ਨ ਆ ਇਹਦੇ ਵਿੱਚ ਸਭ ਕੁਝ ਚੱਲਣ ਡਿਆ। ਸ਼ਰਾਬ ਸ਼ਰੂਬ ਮਤਲਬ ਕਿ ਜਲੰਧਰ ਤੋਂ ਵੀ ਰਿਪੋਰਟਾਂ ਨੇ, ਸਭ ਕੁਝ ਖੁੱਲਾ ਹੀ ਆ, ਥੋੜਾ ਬਹੁਤਾ ਪਕੜ ਹੇਠ ਆ ਜਾਂਦਾ। ਸੋ ਵੱਡੀ ਖਬਰ ਇਸ ਵੇਲੇ ਦੀ, ਯਾਨੀ ਦੂਜੀਆਂ ਤੇ ਆਮ ਹੀ ਆ, ਵੱਡੀ ਖਬਰ ਇਹੋ ਆ ਕਿ ਕੁਝ ਵਾਰਡਾਂ 'ਚ ਇਲੈਕਸ਼ਨ ਤੋਂ ਹਾਈ ਕੋਰਟ ਨੇ ਰੋਕ ਲਾ ਦਿੱਤੀ ਹੈ। ਇਹਦਾ ਮਤਲਬ ਕਿ ਸਰਕਾਰ, ਬੇਹਯਾ ਸਰਕਾਰ ਜਿਹੜੀ ਆ, ਉਹ ਇੱਕ ਵਾਰੀ ਫੇਰ ਕੋਰਟ 'ਚ ਜਾ ਕੇ ਬਿਲਕੁਲ ਕਹਿ ਲਓ ਕਿ ਨੰਗੀ ਹੋ ਗਈ ਆ। ਜੋ ਇਹਨਾਂ ਨੇ ਕੀਤਾ ਸੀਗਾ ਉੱਥੇ ਸਾਬਤ ਹੋਇਆ। ਤਦ ਹੀ ਪੰਚਾਇਤੀ ਚੋਣਾਂ 'ਚ ਵੀ ਤੁਸੀਂ ਦੇਖਿਆ ਨਾ ਕਿ ਜਦੋਂ ਡਿੰਪਲ ਢਿੱਲੋਂ ਨੇ ਦਾਅਵਾ ਕੀਤਾ ਸੀਗਾ ਕਿ ਇੱਕ ਥਾਂ ਤੇ ਵੀ ਅਜਿਹਾ ਨਹੀਂ ਹੋਇਆ, ਤੇ ਗਿੱਦੜਬਾਹ ਦੀਆਂ ਕੁਝ ਥਾਵਾਂ ਤੇ ਇਲੈਕਸ਼ਨ ਰੋਕ ਦਿੱਤਾ ਗਿਆ ਸੀਗਾ। ਸੋ ਇਹ ਇਹਨਾਂ ਦੇ ਦਾਅਵਿਆਂ ਤੋਂ ਉਲਟ ਜਿਹੜੀ ਆ ਉਹ ਸੱਚਾਈ ਤੁਹਾਡੇ ਸਾਹਮਣੇ ਆ। ਜੀ ਬਿਲਕੁਲ। ਦੇਖੋ ਮਿੰਟੂ ਜੀ, ਕੋਈ ਧਾਰਨਾ ਹੁੰਦੀ ਸੀ, ਲੋਕ ਕਹਿੰਦੇ ਸੀ ਇੱਥੇ ਪੁਲਿਸ ਮੁਲਾਜ਼ਮ ਖੜਾ, ਇੱਥੇ ਤਾਂ ਨਹੀਂ ਵਾਰਦਾਤ ਹੋ ਸਕਦੀ, ਤੇ 4 ਪੁਲਿਸ ਮੁਲਾਜ਼ਮ ਖੜੇ ਤੇ ਉਹ ਵੀ ਮੂਕ ਦਰਸ਼ਕ ਬਣੇ। ਤੇ ਦੂਜੀ ਜਿਹੜੀ ਗੱਲ, 7 ਤਾਂ ਥਾਣਿਆਂ ਤੇ ਹਮਲੇ ਹੋ ਗਏ ਜੀ। ਪੁਲਿਸ ਬਾਰੇ ਕੀ ਇਮੇਜ ਬਣ ਗਈ ਹੁਣ ਲੋਕਾਂ ਦੇ ਵਿੱਚ ਜਦੋਂ ਥਾਣਿਆਂ ਤੇ ਹਮਲੇ ਹੋ ਰਹੇ ਨੇ? ਬਿਲਕੁਲ ਨਹੀਂ ਪ੍ਰਵੀਨ ਜੀ, ਇਹ ਚੀਜ਼ ਜਿਹੜੀ ਹੈ ਨਾ, ਇਹ
ਥਾਣਿਆਂ ਦੇ ਹਮਲੇ ਜਿਹੜੇ ਹੈ, ਚਲੋ ਆਪਾਂ ਉਹਦੇ ਨਾਲ ਤੁਲਨਾਤਮਕ ਤੌਰ ਤੇ ਨਹੀਂ ਇਹਨੂੰ ਰੱਖ ਸਕਦੇ, ਕਿਉਂਕਿ ਇਹ ਇਲੈਕਸ਼ਨ ਦਾ ਅਮਲ ਹੈ। ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਦਾਂ ਦੀ ਕਾਰਵਾਈ ਹੁੰਦੀ ਆ ਕਿ ਜਿਹਦੇ ਤੇ ਕੋਈ ਅਗਾਊ ਤੁਹਾਡਾ ਅੰਦਾਜ਼ਾ ਨਹੀਂ ਹੁੰਦਾ ਕਿ ਕਿੱਥੇ ਕਿਹੜਾ ਹੋ ਜਾਏਗਾ। ਉਹ ਇੰਟੈਲੀਜੈਂਸ ਦਾ ਹੀ ਕੰਮ ਹੈ, ਅਦਰਵਾਈਜ਼ ਆਪਾਂ ਨੂੰ ਤਾਂ ਪਤਾ ਨਹੀਂ ਲੱਗਦਾ ਕਿੱਥੇ ਕੀ ਹੋਣਾ ਹੈ। ਉਹ ਚਲੋ ਆਰਗੇਨਾਈਜ਼ਡ ਕ੍ਰਾਈਮ ਦਾ ਇੱਕ ਹਿੱਸਾ ਹੈ ਜੀ, ਜਾਂ ਕਹਿ ਲਓ ਕਿ ਸਟੇਟ ਦੇ ਨਾਲ ਜੋ ਵੀ ਲੜਾਈ ਚੱਲਦੀ। ਇੱਥੇ ਇੱਕ ਇਲੈਕਟੋਰਲ ਸਿਸਟਮ ਹੈ ਨਾ, ਦੇਸ਼ ਹੀ ਉਹਦੇ ਨਾਲ ਚੱਲਣਾ ਹੈ, ਦੇਸ਼ ਹੀ ਉਹਦੇ ਨਾਲ ਚੱਲਣਾ। ਔਰ ਜਿਹੜਾ ਪੰਚਾਇਤਾਂ ਦਾ ਜਾਂ ਸਥਾਨਕ ਸਰਕਾਰਾਂ ਦਾ ਇਲੈਕਸ਼ਨ, ਉਹ ਬਹੁਤ ਹੇਠਲੇ ਪੱਧਰ ਤੇ ਮਹੱਤਵਪੂਰਨ ਇਲੈਕਸ਼ਨ ਹੁੰਦਾ ਹੈ। ਜੀ, ਜੀ, ਬਿਲਕੁਲ। ਤਾਂ ਜਦੋਂ ਇਸ ਤਰ੍ਹਾਂ ਦਾ ਤੁਸੀਂ ਇੱਕ ਵਰਤਾਰਾ ਦਰਪੇਸ਼ ਕਰੋਗੇ, ਤਾਂ ਫਿਰ ਉਤਲੇ ਪੱਧਰ ਤੇ ਜਦੋਂ ਕੇਂਦਰ ਵਾਲੇ ਤੁਹਾਨੂੰ ਕੁੱਟਦੇ ਆ, ਫਿਰ ਚੀਕਾਂ ਕਿਉਂ ਮਾਰੋਗੇ ਤੁਸੀਂ? ਫਿਰ ਤਾਂ ਤੁਸੀਂ ਛੱਤਰਾਂ ਦੇ ਹੱਕਦਾਰ ਜੇ। ਜਦ ਤੁਸੀਂ ਡਾਂਗ ਫੜ ਕੇ ਜ਼ੋਰ ਵਿਖਾ ਰਹੇ ਹੋ, ਤਾਂ ਫਿਰ ਜਦੋਂ ਅਗਲੇ ਦਾ ਜ਼ੋਰ ਚੱਲਦਾ ਤੁਹਾਡੇ ਤੇ ਚਲਾਏਗਾ। ਪਰ ਜੋ ਇਲੈਕਟੋਰਲ ਸਿਸਟਮ ਨਾਲ ਦੇਸ਼ ਚੱਲਦੇ ਆ, ਉੱਥੇ ਜੇ ਇਸ ਤਰ੍ਹਾਂ ਦਾ ਲੁੱਟ ਖਸੁੱਟ ਵਾਲਾ ਕੰਮ ਚੱਲਦਾ ਹੈ, ਤਾਂ ਮੇਰੇ ਖਿਆਲ ਦੇ ਨਾਲ ਬਹੁਤ ਗਲਤ ਹੈ। ਜੀ, ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਆਪ ਨੇਤਾ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲੇ ਨੇ। ਹਾਂਜੀ, ਇਹ ਗਏ ਨੇ। ਇਹਨਾਂ ਨੇ ਮੰਗ ਰੱਖੀ ਆ ਸਰ, ਮੰਗ ਇਹ ਰੱਖੀ ਆ ਕਿ ਬਈ ਇੱਕ ਤੇ ਕੇਂਦਰ ਸਰਕਾਰ ਹੈ ਜਿਹੜੀ ਕਿਸਾਨਾਂ ਦੇ ਨਾਲ ਗੱਲਬਾਤ ਕਰੇ, ਤੇ ਦੂਜੀ ਮੰਗ ਇਹ ਰੱਖੀ ਹੈ ਇਹਨਾਂ ਨੇ ਕਿ ਜੋ BR ਅੰਬੇਦਕਰ ਜੀ ਦਾ ਇਹਨਾਂ ਨੇ ਅਪਮਾਨ ਕੀਤਾ, ਅਮਿਤ ਸ਼ਾਹ ਵਰਗੇ ਸਾਬਕਾ ਤੜੀਪਾਰ ਨੇ, ਕਿ ਇਹਨਾਂ ਤੇ ਕਾਰਵਾਈ ਕਰੋ ਜੀ, ਮਾਫੀ ਮੰਗਣ। ਜੀ, ਜੀ। ਤਾਂ ਗੱਲ ਇਹ ਆ ਕਿ ਬਈ ਇਸ ਮਾਮਲੇ ਦੇ ਵਿੱਚ ਹੁਣ ਦੇਖੋ, ਇਹ ਅਹੌਤੀ ਦਲਿਤ ਪ੍ਰੇਮ ਜਿਹੜਾ ਹੈ ਨਾ ਸਿਆਸਤ ਦਾ, ਇਹ ਗਲਤ ਹੈ। ਹੁਣ ਤੁਸੀਂ ਦੇਖੋ, ਐਡਾ ਵੱਡਾ ਐਪੀਸੋਡ ਵਾਪਰ ਗਿਆ। ਮਾਇਆਵਤੀ ਜਿਹਨੇ ਦਲਿਤ ਚੇਤਨਾ ਦੇ ਨਾਮ ਤੇ, ਦਲਿਤ ਰਾਜਨੀਤੀ ਦੇ ਨਾਮ ਤੇ ਸਭ ਕੁਝ ਬਣਾਇਆ, ਉਹ ਕਿੰਨਾ ਕੁ ਬੋਲੇ ਨੇ, ਕਿੰਨਾ ਕੁ ਉਹਨਾਂ ਨੇ ਸੰਘਰਸ਼ ਕੀਤਾ ਹੈ। ਜੀ, ਜੀ। ਯਾਨੀ ਸਾਰਾ ਜਿਹੜਾ ਐਸੀ ਭਾਈਚਾਰਾ ਨਾ, ਪ੍ਰਵੀਨ ਜੀ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦੇਵਾਂ, ਸ਼ਾਇਦ ਮੇਰੇ ਨਾਲ ਤੁਸੀਂ ਜ਼ਿਆਦਾ ਸਮਝਦਾਰ ਹੋ, ਕਿ ਅੰਬੇਦਕਰਵਾਦ ਹੋਰ ਚੀਜ਼ ਹੈ, ਦਲਿਤ ਸਮਾਜ ਇੱਕ ਹੋਰ ਚੀਜ਼ ਹੈ, ਦਲਿਤ ਚੇਤਨਾ ਇੱਕ ਹੋਰ ਚੀਜ਼ ਹੈ। ਬਿਲਕੁਲ ਸਹੀ, ਬਿਲਕੁਲ ਸਹੀ। ਠੀਕ ਹੈ ਨਾ, ਸਾਰੇ ਅੰਬੇਦਕਰਵਾਦੀ ਨਹੀਂ ਹੈ, ਪਰ ਅੰਬੇਦਕਰ ਜੀ ਦੀ ਜਿਹੜੀ ਮੈਂ ਜੋ ਕਿਹਾ ਨਾ, ਵੈਸੇ ਤਾਂ ਉਹ ਤਾਂ ਬੁੱਧਿਸਟ ਹੋ ਗਏ ਸਨ, ਤਾਂ ਹਿੰਦੂ ਰਹੇ ਹੀ ਨਹੀਂ ਸੀਗੇ। ਜੀ, ਜੀ। ਹਿੰਦੂ ਧਰਮ ਉਹਨਾਂ ਨੇ ਛੱਡ ਦਿੱਤਾ ਸੀਗਾ। ਹਾਂਜੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜਾਨੀ ਜਿਹੜਾ ਲੋਕ ਧਿਆਨ ਨਹੀਂ, ਚਲੋ ਦੂਜਿਆਂ ਨੂੰ ਤਾਂ ਕੀ ਗਿਲਾ ਕਰਨਾ ਹੈ, ਜਿਹੜੇ ਅੰਬੇਦਕਰਵਾਦੀ ਸੋਚ ਨੂੰ ਲੈ ਕੇ ਅੱਗੇ ਚੱਲੇ, ਸੰਵਿਧਾਨ ਜਿਹੜੇ ਅੱਗੇ ਰੱਖ ਕੇ ਚੱਲੇ, ਉਹ ਹੀ ਮੌਨ ਹੋ ਗਏ, ਤਾਂ ਉਹਨਾਂ ਦੀ ਰਾਜਨੀਤੀ ਨੂੰ ਤੁਸੀਂ ਕਿਸ ਚੌਖਟੇ ਵਿੱਚ ਰੱਖੋਗੇ? ਇਹ ਜਿਹੜੇ ਜਾ ਕੇ ਉੱਥੇ, ਮੈਂ ਨਹੀਂ ਕਹਿੰਦਾ ਕਿ ਅਮਿਤ ਸ਼ਾਹ ਨੇ ਸਹੀ ਕੀਤਾ, ਮੈਂ ਤਾਂ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ, ਮਾਫ ਕਰਨਾ, ਇਸੇ ਕਰਕੇ ਮੇਰੇ ਸ਼ਬਦ ਕੁਸੈਲੇ ਹੋ ਗਏ ਨੇ ਕੁਝ ਦਿਨਾਂ ਤੋਂ। ਮੈਂ ਮਤਲਬ ਕਿ ਥੋੜਾ ਮਤਲਬ ਕਿ ਥੋੜਾ ਤਿੱਖਾ ਬੋਲ ਰਿਹਾ ਇਸ ਮਾਮਲੇ ਤੇ, ਕਿਉਂਕਿ ਕੁਝ ਗੁੱਸਾ ਹੁੰਦਾ ਤੁਹਾਨੂੰ ਕਿ ਨਹੀਂ, ਜਦੋਂ ਤੁਸੀਂ ਇਸ ਪੱਧਰ ਤੇ ਚਲੇ ਜਾਓ, ਤੁਹਾਡੀ ਐਰੋਗੈਂਸ ਇਸ ਪੱਧਰ ਤੇ ਚਲੀ ਜਾਵੇ, ਤਾਂ ਫਿਰ ਆਮ ਬੰਦਾ ਕੀ ਕਰ ਸਕਦਾ? ਅੱਛਾ, ਤੁਸੀਂ ਇਹਨਾਂ ਦੀ ਰਾਜਨੀਤੀ ਵੀ ਵੇਖ ਲਓ। ਅੰਬੇਦਕਰ ਜੀ ਦੀ ਇਹ ਫੋਟੋ ਇਸਤੇਮਾਲ ਕਰਦੇ ਨੇ। ਮੈਂ ਇਹਨਾਂ ਨੂੰ ਕਈ ਵਾਰੀ ਸਵਾਲ ਕੀਤਾ ਕਿ ਖੜ ਕੇ ਕਿਤੇ ਜਵਾਬ ਤੇ ਦਿਓ ਸੱਥ ਦੇ ਵਿੱਚ। ਅੰਬੇਦਕਰ ਜੀ ਦੀ ਫੋਟੋ ਲਾਈ ਇਹਨਾਂ ਨੇ, ਚਲੋ ਚੰਗੀ ਗੱਲ ਆ। ਤੇ ਤੁਸੀਂ ਦੇਖੋ, ਅਪ੍ਰੈਲ ਦੇ ਵਿੱਚ ਜਦੋਂ ਅੰਬੇਦਕਰ ਜੀ ਦੀ ਜਯੰਤੀ ਸੀਗੀ ਸ਼ਾਇਦ ਜੀ, ਤਾਂ ਉਸ ਵੇਲੇ ਇਹਨਾਂ ਨੇ ਇੱਕ ਵੀ ਇਸ਼ਤਿਹਾਰ ਨਹੀਂ ਜਾਰੀ ਕੀਤਾ। ਸੰਵਿਧਾਨ ਦਿਹਾੜਾ ਲੰਘ ਕੇ ਗਿਆ ਨਵੰਬਰ ਦੇ ਵਿੱਚ, ਇਹਨਾਂ ਨੇ ਇੱਕ ਵੀ ਸਰਕਾਰੀ ਇਸ਼ਤਿਹਾਰ ਨਹੀਂ ਜਾਰੀ ਕੀਤਾ। ਇਹਨਾਂ ਨੇ ਕਿਹਾ ਸੀਗਾ ਕਿ ਡਿਪਟੀ ਚੀਫ ਮਿਨਿਸਟਰ ਜਿਹੜਾ ਪੰਜਾਬ ਦਾ, ਉਹ ਐਸਸੀ ਹੋਣਾ ਚਾਹੀਦਾ, ਐਸਸੀ ਭਾਈਚਾਰੇ ਦਾ ਡਿਪਟੀ ਚੀਫ ਮਿਨਿਸਟਰ ਲੱਗਣਾ ਚਾਹੀਦਾ। ਦੇਵ ਮਾਨ ਨੇ ਜੇ ਆਖਿਆ, ਤੇ ਅੱਜ ਤੁਸੀਂ ਵੇਖ ਲਓ, ਅੱਗੇ ਫੋਟੋ ਫਾਟੋ ਪਾ ਲੈਂਦਾ ਸੀ ਕਿਤੇ, ਹੁਣ ਲੱਭਦਾ ਹੀ ਨਹੀਂ ਆ। ਤਾਂ ਤੁਸੀਂ 3 ਸਾਲ ਬੀਤ ਗਏ, ਤੁਸੀਂ ਬਣਾਓ ਹੁਣ ਕੋਈ ਡਿਪਟੀ ਚੀਫ ਮਿਨਿਸਟਰ। ਤੁਸੀਂ ਮਤਲਬ ਕਿ ਹੁਣ ਠੀਕ ਹੈ ਨਾ, ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਐਸਸੀ ਨੂੰ ਜਾਂ OBC ਨੂੰ ਤੁਸੀਂ ਮੰਤਰੀ ਮੰਡਲ 'ਚ ਤੇ ਨੁਮਾਇੰਦਗੀ ਦਿੱਤੀ ਆ, ਤੁਹਾਡੀ ਰਾਜਨੀਤਿਕ ਲੋੜ ਆ, ਪਰ ਮੈਂ ਤਾਂ ਵਫਾ ਕਰ ਕੁਝ ਚੀਜ਼ਾਂ ਤੇ ਤੁਹਾਡੇ ਵੀ ਇੱਥੇ ਕਿਤੇ ਨਾ ਕਿਤੇ ਢੁਕਵੀਆਂ ਹੋਣੀਆਂ ਚਾਹੀਦੀਆਂ ਜੋ ਤੁਸੀਂ ਕਹਿੰਦੇ ਹੋ, ਪਰ ਕਹਿਣੀ ਤੇ ਕਰਨੀ ਦੇ ਵਿੱਚ ਜਿਹੜਾ ਅੰਤਰ ਹੈ ਰਾਜਨੀਤੀ 'ਚ, ਉਹ ਹਮੇਸ਼ਾ ਰਹਿੰਦਾ ਹੈ ਪ੍ਰਵੀਨ ਜੀ। ਸੋ ਇਸ ਕਰਕੇ ਇਹਨਾਂ ਦੀ ਰਾਜਨੀਤੀ 'ਚ ਵੀ, ਚਾਹੇ ਉਹ ਭਗਤ ਸਿੰਘ ਨੇ, ਚਾਹੇ ਅੰਬੇਦਕਰ ਜੀ ਨੇ, ਠੀਕ ਆ, ਇਹ ਸਤਿਕਾਰ ਦਿਖਾਉਂਦੇ ਆ। ਮੈਂ ਇਹਨਾਂ ਦੀ ਕਿਸੇ ਭਾਵਨਾ ਨੂੰ ਕੋਈ ਰੱਦ ਨਹੀਂ ਕਰਦਾ, ਪਰ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ, ਪਰ ਜਿਹੜੇ ਤੁਹਾਡੇ ਅਮਲ ਨੇ, ਉਹਨਾਂ ਤੋਂ ਭਿੰਨਤਾ ਜਿਹੜੀ ਆ ਉਹ ਸਾਫ਼ ਨਜ਼ਰ ਆਉਂਦੀ ਹੈ। ਜੀ ਬਿਲਕੁਲ।
ਤੇ ਗੱਲ ਕਰੀਏ ਮਿੰਟੂ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਹੋਰ ਝਟਕਾ ਲੱਗਿਆ, ਆਸ਼ੂ ਨੂੰ ਜ਼ਮਾਨਤ ਮਿਲ ਗਈ ਹੈ ਜੀ। ਦੇਖੋ, ਭਾਰਤ ਭੂਸ਼ਣ ਆਸ਼ੂ ਨੂੰ ਇਹਨਾਂ ਨੇ ਅੰਦਰ ਸੁੱਟਿਆ ਸੀਗਾ। ਇਹ ਅੱਜ ਖਬਰ ਆਈ ਹੈ ਦੁਪਹਿਰੇ ਕਿ ਭਾਰਤ ਭੂਸ਼ਣ ਆਸ਼ੂ ਨੂੰ ਜ਼ਮਾਨਤ ਮਿਲ ਗਈ। ਅੱਛਾ ਦੇਖੋ, ਲੁਧਿਆਣੇ ਦੇ ਵਿੱਚ ਬੜਾ ਕੰਮ ਗਰਮਾ ਗਰਮ ਆ। ਪੱਪੀ ਤੇ ਬਿੱਟੂ ਗਾਲੋ ਗਾਲੀ ਵੀ ਹੋਏ ਆ, ਇੱਕ ਦੂਜੇ ਨੂੰ ਵੰਗਾਰ ਰਹੇ ਆ। ਪੱਪੀ ਹੁਣ ਕਹਿ ਰਿਹਾ ਸੀਗਾ ਐਮਐਲਏ ਕਿ ਕੱਲੇ ਨਾਲ ਕੱਲਾ ਹੀ ਵੇਖ ਲਈਏ। ਮਤਲਬ ਕਿ ਮੈਂ ਤੇ ਅੱਗੇ ਕਹਿੰਦਾ, ਉੱਥੇ ਜੋ ਸਦਨ ਦੇ ਵਿੱਚ ਚੱਲਦਾ ਪਿਆ, ਜੋ ਇੱਥੇ ਚੱਲਦਾ ਪਿਆ, ਕਿ ਇਹਨਾਂ ਨੂੰ ਸਾਰਿਆਂ ਨੂੰ ਇੱਕ ਇੱਕ ਡਾਂਗ ਫੜਾ ਕੇ ਕਿਤੇ ਪਹਾੜਾਂ ਤੇ ਚੜਾ ਦਿਓ। ਚਲੋ ਜਿੰਨੇ ਕੁ ਥੱਲੇ ਆ ਗਏ ਠੀਕ ਠਾਕ ਆ, ਜਿਹੜੇ ਰਹਿ ਗਏ ਸੋ ਰਹਿ ਗਏ, ਕਰ ਵੇੜੋ ਤੁਸੀਂ। ਇਹ ਚੰਗਾ ਸਿਆਪਾ ਪਾਇਆ ਜਨਤਾ ਨੂੰ, ਬਈ ਕੱਲੇ ਨਾਲ ਕੱਲਾ ਵੇਖ ਲਓ, ਗਾਲੋ ਗਾਲੀ। ਮੈਂ ਤਾਂ ਤੁਹਾਨੂੰ ਦੱਸਿਆ ਕਿ ਜੋ ਇਹ ਦ੍ਰਿਸ਼ ਦਿਖਾ ਰਹੇ ਨੇ ਨਾ, ਤੇ ਪਰੇ ਦੀ ਗੱਲ ਆ। ਹੁਣ ਤੇ ਇਹਦੋਂਗਾ ਹੋਰ ਵੀ ਕੰਮ ਗਰਕੂਗਾ ਜਿਸ ਹਿਸਾਬ ਨਾਲ ਚੱਲਣ ਡਿਆ। ਤਾਂ ਉੱਥੇ ਕੀ ਹੈ ਕਿ ਰਵਨੀਤ ਬਿੱਟੂ ਅੱਜ ਧਰਨੇ ਤੇ ਬੈਠ ਗਿਆ। ਅਖੀਰ ਇਹਨਾਂ ਨੇ ਜਿਹੜਾ ਉਹ ਬੰਦਾ ਸ਼ਰਾਬ ਸ਼ਰੂ ਵਾਲਾ ਫੜਿਆ ਸੀਗਾ, ਜਾਂ ਵਰਕਰ ਫੜੇ ਸੀ ਭਾਜਪਾ ਵਾਲੇ, ਉਹਨਾਂ ਨੂੰ ਛੱਡਣਾ ਪਿਆ। ਉੱਥੇ ਕਾਫੀ ਗਹਿਮਾ ਗਹਿਮੀ ਆ। ਲੁਧਿਆਣੇ ਦੇ ਵਿੱਚ ਪੂਰਾ ਇਲੈਕਸ਼ਨ ਗਰਮ ਹੈ ਜੀ, ਕਿਉਂਕਿ ਭਾਜਪਾ ਦੀ ਵੀ ਉੱਥੇ ਹੋਂਦ ਹੈ ਮਜ਼ਬੂਤ, ਰਵਨੀਤ ਬਿੱਟੂ ਦੀ ਆਪਣੀ ਵੀ ਹੈ, ਉਧਰੋਂ ਕਾਂਗਰਸ ਵੀ ਹੈ, ਉਧਰੋਂ ਆਮ ਆਦਮੀ ਪਾਰਟੀ ਦੇ ਤਾਂ ਵਿਧਾਇਕ ਹੈਗੇ ਨੇ ਉੱਥੇ, ਸਾਰੇ ਹੀ ਆ ਤਕਰੀਬਨ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਟੱਕਰ ਉੱਥੇ ਜਿਹੜੀ ਆ ਪੂਰੀ ਭਿਆਨਕ ਹੈ, ਚੱਕਿਆਂ ਚੋਂ ਅੱਗ ਕੱਢਵੀਂ ਆ। ਗੱਲ ਇਹ ਆ ਕਿ ਹੁਣ ਭਾਰਤ ਭੂਸ਼ਣ ਆਸ਼ੂ ਜੀ ਦਾ ਕੁਝ ਇਲਾਕਿਆਂ 'ਚ ਬੜਾ ਆਧਾਰ ਆ। ਉਹ ਜ਼ਮਾਨਤ ਤੇ ਜੇ ਮੰਨ ਲਓ 2-4 ਦਿਨ ਪਹਿਲਾਂ ਆ ਜਾਂਦਾ ਤੇ ਹੋਰ ਫਰਕ ਪੈ ਸਕਦਾ ਸੀਗਾ, ਪਰ ਇਹ ਜਿਹੜੀ ਕਹਿ ਲਓ ਜ਼ਮਾਨਤ ਵੀ ਨਹੀਂ ਮਿਲੀ। ਹੁਣ ਤੇ ਇਹ ਖਬਰ ਆਈ ਆ, ਜੋ ਮੀਡੀਆ ਰਿਪੋਰਟਾਂ ਦੱਸ ਰਹੀਆਂ ਕਿ FIR ਰੱਦ ਹੋ ਗਈ ਆ। ਤੇ ਜਿਹੜੀ FIR ਆ, ਹਾਲਾਂਕਿ ਡਿਟੇਲਡ ਆਰਡਰ, ਮੈਂ ਕੋਈ ED 'ਚ ਹੱਥ ਪੈਂਦਾ ਕਿਸੇ ਸੱਜਣ ਦਾ, ਤਾਂ ਮੈਂ ਉਹਨੂੰ ਵੀ ਕਿਹਾ ਸੀਗਾ ਕਿ ਜੇ ਡਿਟੇਲ ਆਰਡਰ ਮਿਲ ਜਾਵੇ ਯਾਰ ਤਾਂ ਥੋੜਾ ਬਿਹਤਰ ਹੋਏਗਾ। ਅਸੀਂ ਮਤਲਬ ਕਿ ਦੱਸਿਆ ਸੀਗਾ ਕਿ ਇੰਨੇ ਵਜੇ ਪ੍ਰੋਗਰਾਮ ਕਰਨਾ ਹੈ, ਤਾਂ ਆਪਣਾ ਪ੍ਰੋਗਰਾਮ ਸਟਾਰਟ ਹੋਣ ਤੱਕ ਉਹਨਾਂ ਨੇ ਨਹੀਂ ਸੀ ਮੈਨੂੰ ਭੇਜਿਆ। ਜੇ ਭੇਜਿਆ ਹੁੰਦਾ ਤਾਂ ਆਪਾਂ ਪੜ੍ਹਦੇ। ਕਿ ਖਬਰਾਂ ਦੇ ਮੁਤਾਬਕ ਤਾਂ ਇਹ ਵੀ ਕਿਹਾ ਜਾ ਰਿਹਾ ਹੈ, ਵੀ ਦਾਅਵਾ ਕੀਤਾ ਜਾ ਰਿਹਾ ਵਾ ਕਿ ਭਾਰਤ ਭੂਸ਼ਣ ਆਸ਼ੂ ਦੀ FIR ਹੀ ਰੱਦ ਹੋ ਗਈ ਆ। ਯਾਨੀ ਵਿਜੀਲੈਂਸ ਨੇ ਜਿਹੜੀ ਮੁੱਢੋਂ FIR ਤੋਰੀ ਸੀ ਉਹ ਹੀ ਰੱਦ ਹੋ ਗਈ। ਤੇ ਜੇ ਉਹ FIR ਰੱਦ ਹੋ ਗਈ ਤੇ ਫਿਰ ED ਦੀ ਜਾਂਚ ਕਿੱਥੇ ਖਲੋਵੇਗੀ? ED ਦੀ ਜਾਂਚ ਤੇ ਜਿਹੜੀ ਆ ਵਿਜੀਲੈਂਸ ਦੀ FIR ਤੇ ਖਲੋਤੀ ਆ ਨਾ। ਤੇ ਜੇ ਉਹ ਕੈਂਸਲ ਹੋ ਗਈ ਤੇ ED ਤੇ ਗਈ ਫਿਰ ਤੇਲ ਲੈਂਦੇ। ਦਾ ਮਤਲਬ ਕਿ ਜੋ ਇਹਨਾਂ ਨੇ ਦਾਅਵਾ ਕੀਤਾ ਇੰਨੇ ਕਰੋੜ ਦਾ, ਜੇ ਇੰਨੇ ਹਜ਼ਾਰ ਕਰੋੜ ਦਾ, ਉਹ ਫਿਰ ਉਹ ਗਿਆ ਕੰਮ। ਤੇ ਜੇ ਮੰਨ ਲਓ FIR ਰੱਦ ਹੋ ਜਾਂਦੀ ਆ, ਪ੍ਰਵੀਨ ਜੀ ਮੈਂ ਪੁਸ਼ਟੀ ਨਹੀਂ ਕਰ ਰਿਹਾ, ਮੈਂ ਇੱਕ ਵਾਰੀ ਫੇਰ ਦੁਹਰਾ ਦਿਆਂ, ਇਹ ਜਦੋਂ ਤੱਕ ਡਿਟੇਲਡ ਆਰਡਰ ਨਾ ਮਿਲ ਜਾਣ, ਇਹਨਾਂ ਚੀਜ਼ਾਂ 'ਚ ਆਪਾਂ ਪੁਖਤਗੀ ਨਹੀਂ ਭਰ ਸਕਦੇ, ਆਪਣੇ ਵੱਲੋਂ ਤਸਦੀਕ ਨਹੀਂ ਕਰ ਸਕਦੇ। ਪਰ ਜੋ ਮੀਡੀਆ ਰਿਪੋਰਟਾਂ ਆਈਆਂ ਨੇ, ਜੇ ਮੰਨ ਲਓ FIR ਰੱਦ ਹੋ ਗਈ, ਫਿਰ ਤਾਂ ਬੜੀ ਬੇਇੱਜ਼ਤੀ ਹੈ ਇਹਨਾਂ ਦੀ ਹਜ਼ੂਰ, ਕਿ ਤੁਸੀਂ ਢੋਲ ਵਜਾ ਕੇ ਭਾਰਤ ਭੂਸ਼ਣ ਆਸ਼ੂ ਨੂੰ ਇੱਕ ਵਾਰੀ ਨਹੀਂ 2 ਵਾਰੀ ਗ੍ਰਿਫਤਾਰ ਕਰਵਾਇਆ ਤਕਰੀਬਨ, ਕਿ ਇੱਕ ਵਾਰੀ ਵਿਜੀਲੈਂਸ, ਦੂਸਰੀ ਵਾਰੀ ED। ਤੇ ਜੇ ਮੰਨ ਲਓ ਤੁਹਾਡੀ FIR ਡਿੱਗ ਪੈਂਦੀ ਆ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਕਸੂਤੇ ਫਸ ਜਾਣਗੇ, ਬਹੁਤ ਕਸੂਤੇ ਫਸ ਜਾਣਗੇ, ਕਿਉਂਕਿ ਇਹਨਾਂ ਨੇ ਵਿਜੀਲੈਂਸ ਤੋਂ ਬਹੁਤ ਸਾਰੀਆਂ ਕਾਰਵਾਈਆਂ ਕਰਵਾਈਆਂ ਨੇ ਸਰ, ਬਹੁਤ ਸਾਰੀਆਂ। ਤਾਂ ਫਿਰ ਸਾਰੀਆਂ ਸ਼ੱਕ ਦੇ ਦਾਇਰੇ 'ਚ ਤਾਂ ਆਉਣਗੀਆਂ। ਵਿਜੀਲੈਂਸ ਬਾਰੇ ਤੇ ਆਪਾਂ ਅੱਗੇ ਵੀ ਇੱਕ ਦਿਨ ਇੱਕ ਰਿਪੋਰਟ ਕੱਢ ਕੇ ਲਿਆਂਦੀ ਸੀ ਕਿ ਇਹਨਾਂ ਦੀ ਤੇ ਜਾਂਚ ਪੜਤਾਲ ਹੀ ਨਹੀਂ ਤੁਰ ਰਹੀਗਾ। ਤਾਂ ਇਸ ਕਰਕੇ ਇਹਨਾਂ ਦੀ ਜਾਂਚ ਪੜਤਾਲ ਤੇ ਸਵਾਲੀਆ ਨਿਸ਼ਾਨ ਲੱਗ ਜਾਏਗਾ। ਪਰ ਆਪਾਂ ਨੂੰ ਥੋੜਾ ਇੰਤਜ਼ਾਰ ਕਰਨਾ ਪਵੇਗਾ ਕਿ ਡਿਟੇਲਡ ਆਰਡਰ ਜਿਵੇਂ ਹੀ ਅਪਲੋਡ ਹੁੰਦੇ ਆ ਜਾਂ ਕਿਤੋਂ ਮਿਲਦੇ ਆ, ਫਿਰ ਪਤਾ ਲੱਗੇਗਾ। ਜੇ FIR ਰੱਦ ਹੋ ਗਈ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਵਾਸਤੇ ਬਹੁਤ ਵੱਡਾ ਝਟਕਾ ਹੋਵੇਗਾ। ਤੁਸੀਂ ਦੇਖ ਲਓ ਮਿੰਟੂ ਜੀ, ਜਦੋਂ ਸਰਕਾਰ ਬਣੀ ਸੀ ਉਦੋਂ ਤਕਰੀਬਨ 2 ਦਰਜਨ ਤੋਂ ਵੱਧ ਜਿਹੜੇ ਕਾਂਗਰਸੀ ਆ ਜਾਂ ਹੋਰ ਭਾਜਪਾਈ ਲੀਡਰ, ਉਹਨਾਂ ਦੇ ਖਿਲਾਫ ਜਾਂਚਾਂ ਵਿੱਢੀਆਂ ਗਈਆਂ ਸੀ। ਕਿੰਨਾ ਕੁ 'ਚ ਸਜ਼ਾ ਹੋਈ ਹੈ ਜਾਂ ਕਿੰਨਾ ਕੁ 'ਚ ਆਪਾਂ ਦੇਖਦੇ ਹਾਂ ਕਿ ਕਿੱਥੇ ਕਾਰਵਾਈਆਂ ਹੋਈਆਂ? ਜ਼ਮੀਨਾਂ ਛਡਾਉਣ ਵਾਲਾ ਆਂਕੜਾ ਦੱਸਿਆ ਸੀਗਾ ਕਿ ਸਜ਼ਾ ਤੇ ਬਾਅਦ ਦਾ ਪਾਰਟ ਹੁੰਦਾ, ਹਾਲੇ ਤੇ ਬਹੁਤ ਸਾਰੇ ਕੇਸਾਂ ਦੀ ਇਨਕੁਆਇਰੀ ਨਹੀਂ ਹੋਈ। ਹਾਂਜੀ ਬਿਲਕੁਲ। ਸਜ਼ਾ ਤੇ ਤਦ ਹੋਣੀ ਹੈ ਨਾ ਜਦੋਂ ਤੁਸੀਂ ਚਾਰਜ ਸ਼ੀਟ ਫਾਈਲ ਕਰ ਦੋਗੇ, ਮਾਮਲੇ ਨੂੰ ਇਨਵੈਸਟੀਗੇਟ ਕਰਕੇ, ਜਦੋਂ ਤੁਸੀਂ ਗਵਾਹੀਆਂ ਲਵਾ ਦਿਓਗੇ, ਜਦੋਂ ਤੁਹਾਡੀਆਂ ਗਵਾਹੀਆਂ ਲੱਗ ਜਾਣਗੀਆਂ, ਜਦੋਂ ਤੁਸੀਂ ਸਾਰੀਆਂ ਐਵੀਡੈਂਸ਼ੀਅਲ ਚੀਜ਼ਾਂ ਜਿਹੜੀਆਂ ਨੇ ਉਹ ਉੱਥੇ ਟੇਬਲ ਕਰ ਦਿਓਗੇ, ਸਬਮਿਟ ਕਰ ਦਿਓਗੇ ਸਾਰੀਆਂ ਚੀਜ਼ਾਂ, ਤੇ ਉਸ ਤੋਂ ਬਾਅਦ ਹੀ ਸਜ਼ਾ ਤੱਕ ਪਹੁੰਚਣਾ। ਤੇ ਹਾਲੇ ਇਹਨਾਂ ਦੀਆਂ ਤੇ ਬਹੁਤੀਆਂ, ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੀਆਂ ਜਾਂਚਾਂ ਨੇ ਉਹ ਅੱਧ ਵਾਟੇ ਤੁਰੀਆਂ ਫਿਰਦੀਆਂ ਨੇ ਜੀ। ਤੇ ਪੰਜਾਬ ਦੇ ਵਿੱਚ ਜਿਹੜੇ ਸਿੰਗਰਾਂ ਦੇ ਸ਼ੋਅ ਹੋ ਰਹੇ ਨੇ, ਕਲਾਕਾਰਾਂ ਦੇ ਸ਼ੋਅ, ਉਹਨਾਂ ਤੇ ਕੋਈ ਇਨਪੁਟ ਆਈ ਹੈ ਜੀ? ਦੇਖੋ, ਚੰਡੀਗੜ੍ਹ ਦੇ ਵਿੱਚ AP ਢਿੱਲੋਂ ਦਾ ਸ਼ੋਅ ਆ, ਸਿੱਧੀ ਗੱਲ ਹੈ ਜੀ। ਐਵੇਂ
ਘੁੰਮਣ ਘਮਾਉਣ ਦਾ ਬਹੁਤਾ ਕੋਈ ਤੁਕ ਨਹੀਂ ਬਣਦਾ। ਏਪੀ ਢਿੱਲੋਂ ਉਹ ਕਲਾਕਾਰ ਆ, ਵੈਸੇ ਮੈਂ ਨਹੀਂ ਸੀ ਜਾਣਦਾ ਪ੍ਰਵੀਨ ਜੀ, ਸ਼ਾਇਦ ਜਦੋਂ ਫਾਇਰਿੰਗ ਫੂਰਿੰਗ ਹੋਈ ਆ ਉਦੋਂ ਪਹਿਲਾਂ ਤੱਕ ਤਾਂ ਉਹ ਗਾਣਾ ਜ਼ਰੂਰ ਕੋਈ ਵੱਜਦਾ ਹੁੰਦਾ ਸੀ, ਬਰਾਉਨ ਮੁੰਡੇ। ਸਾਨੂੰ ਹੋਰ ਤਾਂ ਪਤਾ ਨਹੀਂ ਲੱਗਦਾ, ਥੋੜਾ ਬਹੁਤਾ ਮਤਲਬ ਕਿਆ ਹੀ ਚੀਜ਼ਾਂ ਦਾ ਨਾ। ਤਾਂ ਉਹ ਕਹਿੰਦੇ ਜੀ ਇਹ ਉਹ ਆ, ਪਰ ਇਹ ਇੰਟਰਨੈਸ਼ਨਲ ਸਟਾਰ ਹੈ, ਸੱਚ ਜਾਣ। ਮੈਂ ਪੂਰੀ ਇਮਾਨਦਾਰੀ ਨਾਲ ਕਹਿ ਰਿਹਾ, ਮੈਂ ਕਿਸੇ ਨੂੰ ਨੀਵਾਂ ਨਹੀਂ ਦਿਖਾ ਰਿਹਾ। ਹਾਂਜੀ ਬਿਲਕੁਲ। ਤਾਂ ਮੈਂ ਜਦੋਂ ਫਿਰ ਸਰਚ ਕੀਤਾ ਤਾਂ ਵਾਕਿਆ ਇਸ ਮੁੰਡੇ ਦੀ ਚੜ੍ਹਾਈ ਤਾਂ ਪੂਰੀ ਹਾਲੀਵੁੱਡ ਤੱਕ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਬੰਦਾ ਹੈ, ਇਹਦਾ ਤੁਹਾਨੂੰ ਪਤਾ ਹੀ ਆ ਪੰਗਾ ਇਹ ਆ ਕਿ ਫਾਇਰਿੰਗ ਵਗੈਰਾ ਹੋਈ ਪਿਛਲੇ ਦਿਨਾਂ 'ਚ, ਤੇ ਫਿਰ ਜ਼ਿੰਮੇਵਾਰੀ ਲਈ ਸੀ ਲਾਰੈਂਸ ਗਰੋ ਨੇ। ਉਹਨਾਂ ਨੇ ਆਖਿਆ ਸੀਗਾ ਕਿ ਇਹਨੇ ਸਲਮਾਨ ਦੇ ਨਾਲ ਕੋਈ ਗਾਣਾ ਕੀਤਾ ਆ ਜੀ, ਤਾਂ ਉਹਦੇ ਬਦਲੇ 'ਚ ਇਹਨੂੰ ਥੋੜਾ ਜਿਹਾ ਰੰਗ ਦਿਖਾਇਆ। ਤਾਂ ਉਸ ਤੋਂ ਬਾਅਦ ਹੁਣ ਏਪੀ ਢਿੱਲੋਂ ਆ ਰਿਹਾ ਚੰਡੀਗੜ੍ਹ ਦੇ ਵਿੱਚ ਜਿਹੜਾ ਸੈਕਟਰ 25 ਵਾਲਾ ਰੈਲੀ ਗਰਾਊਂਡ, ਪਹਿਲਾਂ ਸ਼ਾਇਦ ਇੱਕ ਹੋਰ ਗਰਾਊਂਡ 'ਚ ਸੀ, ਫਿਰ ਉਹ ਜਿਹੜੀ ਲੋਕੇਸ਼ਨ ਬਦਲ ਦਿੱਤੀ ਗਈ ਆ। ਤਾਂ ਉਹਦੇ ਵਿੱਚ ਦੱਸਦੇ ਆ ਕਿ ਹੁਣ NIA ਦਾ ਕੋਈ ਇਨਪੁਟ ਹੈ, NIA ਦਾ ਇਨਪੁਟ ਹੈ। ਪੰਜਾਬ ਪੁਲਿਸ ਦੇ ਨਾਲ ਵੀ ਦੱਸਦੇ ਆ ਕਿ ਚੰਡੀਗੜ੍ਹ ਪੁਲਿਸ ਨੇ ਇਹ ਇਨਪੁਟ ਸਾਂਝੀ ਕੀਤੀ ਆ। ਵੈਸੇ ਹਮਲੇ ਦਾ ਵੀ ਇਨਪੁਟ ਹੈ ਸੀ ਪਿਛਲੇ ਦਿਨੀ, ਤੇ ਕਮਾਲ ਦੀ ਗੱਲ ਹੈ ਕਿ ਉਸ ਇਨਪੁਟ ਤੋਂ ਬਾਅਦ 2 ਹਮਲੇ ਹੋਏ ਨੇ, ਇੱਕ ਸ਼ਾਇਦ ਇਸਲਾਮਾਬਾਦ ਥਾਣੇ ਤੇ ਇੱਕ ਚੌਂਕੀ ਤੇ। ਤਾਂ ਇਨਪੁਟ ਨੂੰ ਇਹ ਬਹੁਤ ਜੇ ਹੌਲੇ ਤਰੀਕੇ ਨਾਲ ਲੈਂਦੇ ਆ ਤਾਂ ਇਹਨਾਂ ਦਾ ਫਿਰ ਕਹਿ ਲਓ ਕਿ ਇਹ ਤੇ ਬੜਾ ਅਹਿਮ ਕਾਨਾ ਕੰਮ ਆ। ਇਹ ਸਾਰੇ ਜਿਹੜੇ ਇਨਪੁਟ ਜੇ ਆ ਰਹੇ ਨੇ, ਕਿਉਂਕਿ ਇਹ ਚੀਜ਼ਾਂ ਆਪਾਂ ਲਿੰਕ ਕਰਕੇ ਹੀ ਗੱਲ ਸ਼ੁਰੂ ਕੀਤੀ ਆ ਨਾ, ਕਿ ਅੱਗੇ ਅਜਿਹਾ ਵਾਪਰ ਚੁੱਕਾ। ਤੇ ਇੱਥੇ ਕਿਉਂਕਿ ਇੰਡੀਆ ਦੇ ਵਿੱਚ ਤਕਰੀਬਨ 700-800 ਸ਼ੂਟਰ ਤੇ ਦੱਸਿਆ ਜਾ ਰਿਹਾ ਇਹਨਾਂ ਦਾ, ਵੀ 700-800 ਸ਼ੂਟਰ ਐਸਾ ਹੈ ਕਿ ਗੱਲਾਂ ਹੀ ਛੱਡ ਦਿਓ। ਸਰ ਇਹੋ ਜਿਹੇ ਬੰਦੇ ਨੇ, ਮੇਰਾ ਇੱਕ ਕੋਈ ਜਾਣੂ, ਵੈਸੇ ਉਹ ਬੰਦਾ ਬਹੁਤ ਸੈਲੀਬ੍ਰਿਟੀ ਹੈ ਤਗੜਾ, ਕੋਈ ਬੰਦਾ ਸੀ, ਉਹ ਕਿਸੇ ਸਮੇਂ ਇੱਕ ਹਵਾਲਾਤ 'ਚ ਸੀ, ਉੱਥੇ ਨਾਲ ਹੀ ਇੱਕ ਗੈਂਗਸਟਰ ਬੰਦ ਸੀ। ਤਾਂ ਉਹਨੇ ਕਹਿੰਦੇ ਕਿ 2-3 ਨਾਂ ਦਿੱਤੇ ਵੀ ਆ ਚਲੋ ਆ ਬੰਦੇ ਦੇ ਦਿੰਦੇ ਆ ਤੁਹਾਨੂੰ। ਤੇ ਕਹਿੰਦਾ ਮੈਂ ਉਹਨੂੰ ਸਵਾਲ ਕੀਤਾ ਕਿ ਯਾਰ ਤੁਸੀਂ ਆਪਣੇ ਬੰਦੇ ਹੀ ਫੜਾਈ ਜਾਂਦੇ ਹੋ, ਲਾਨਤ ਹੈ ਤੁਹਾਡੇ ਤੇ, ਅਸੀਂ ਤੇ ਤੁਹਾਨੂੰ ਬੜੇ ਦਲੇਰ ਮੰਨਦੇ ਆ ਕਿ ਬਈ ਇਹ ਬੰਦੇ ਯਾਰ ਆਪਦੇ ਬੰਦੇ ਤੇ ਜਾਨ ਛਿੜਕਦੇ। ਉਹਨੇ ਕਿਹਾ ਨਹੀਂ, ਅਸੀਂ ਇਹਨਾਂ ਨੂੰ ਰੋਜੀ ਰੋਟੀ ਤੇ ਪਾਉਨੇ ਆ, ਸਾਡੇ ਕੋਲ ਤੇ ਲਿਸਟ ਬਹੁਤ ਲੰਬੀ ਹੁੰਦੀ ਆ, ਸਾਡੇ ਕੋਲ ਤੇ ਲਿਸਟ ਬਹੁਤ ਲੰਬੀ ਹੁੰਦੀ ਆ। ਉਹ ਕਹਿੰਦਾ ਜੀ ਮੇਰਾ ਨਾਮ ਲੈ ਦਿਓ, ਮੇਰਾ ਨਾਮ ਲੈ ਦਿਓ, ਮੇਰਾ ਨਾਮ ਲੈ ਦਿਓ ਤਾਂ ਕਿ ਮੇਰਾ ਨਾਮ ਚੱਲ ਜਾਵੇ। ਮੈਂ ਤਾਂ 6 ਮਹੀਨਿਆਂ ਨੂੰ ਜ਼ਮਾਨਤ ਕਰਾ ਕੇ ਬਾਹਰ ਆ ਜਾਊਂਗਾ। ਸਰ ਆਹ ਕੁਛ ਚੱਲਦਾ ਪਿਆ। ਇਹ ਮੈਂ ਗੱਲ ਤੁਹਾਨੂੰ ਸੱਚੀ ਦੱਸ ਰਿਹਾ, ਨਾ ਇਸ ਕਰਕੇ ਨਹੀਂ ਲੈ ਰਿਹਾ ਕਿਉਂਕਿ ਉਹ ਬੰਦਾ ਬਹੁਤ ਵੱਡਾ ਚਿਹਰਾ ਬਣ ਗਿਆ ਅੱਜ। ਕਿਸੇ ਟਾਈਮ ਉਹ ਹਵਾਲਾਤ ਦੇ ਵਿੱਚ ਬੰਦ ਸੀ ਕਿਸੇ ਕੇਸ ਦੇ। ਤਾਂ ਜਿੱਥੇ ਇਹੋ ਜਿਹੀ ਸੂਰਤ ਹਾਲ ਹੋਵੇ ਉੱਥੇ ਕਿਵੇਂ ਲੈ ਸਕਦੇ ਹੋ ਤੁਸੀਂ, ਕਿ ਜਿੱਥੇ ਆਪ ਹੀ ਉਹ ਬੰਦੇ ਨਾਂ ਦਿੰਦੇ ਜੀ ਮੇਰਾ ਨਾਂ ਕਿਉਂ ਨਹੀਂ ਦਿੱਤਾ, ਮੇਰਾ ਨਾਂ ਕਿਉਂ ਨਹੀਂ ਦਿੱਤਾ। ਮੈਂ 6 ਮਹੀਨੇ ਕਿਸੇ ਤਗੜੇ ਮਰਡਰ ਚ ਲਾ ਆਵਾਂ ਤੇ ਮੁੜ ਕੇ ਆ ਕੇ ਤੇ ਮੈਂ ਵੀ ਪੈਸੇ ਇਕੱਠੇ ਕਰੀ ਚੱਲੂੰਗਾ। ਕਹਿਣ ਦਾ ਮਤਲਬ ਆ ਸੀਗਾ। ਤੋ ਜਿਸ ਤਰ੍ਹਾਂ ਦੀ ਇੱਥੇ ਇਹ ਕੜੀ ਜੁੜਦੀ ਹੈ ਨਾ, ਉਹ ਕਦੇ ਵੀ ਮੈਂ ਸਮਝਦਾ ਕਿ ਜੇ ਤੁਸੀਂ ਕਿਸੇ ਇਨਪੁਟ ਨੂੰ ਇੱਥੇ ਅਣਗੌਲਿਆਂ ਕਰਦੇ ਹੋ ਤਾਂ ਖਤਰੇ ਤੋਂ ਖਾਲੀ ਨਹੀਂ ਹੋ ਸਕਦਾ, ਕਿਉਂਕਿ ਇਹਨਾਂ ਦੇ ਬਹੁਤ ਜ਼ਿਆਦਾ ਸ਼ੂਟਰ ਨੇ ਸਰ ਇੰਡੀਆ 'ਚ। ਇਸ ਕਰਕੇ ਜਿਹੜਾ ਇਨਪੁਟ ਆਇਆ ਹੋਏਗਾ ਬੇਸ਼ੱਕ ਇਹਨਾਂ ਨੂੰ ਅਲਰਟ ਕਰਨ ਵਾਸਤੇ ਉਹਨਾਂ ਨੇ ਭੇਜਿਆ ਹੋਵੇ, ਪਰ ਇਹਦੇ ਪਿੱਛੇ ਕੁਛ ਨਾ ਕੁਛ ਕਾਰਨ ਤੇ ਹੈਗੇ ਹੀ ਆ। ਜੀ ਬਿਲਕੁਲ ਮਿੰਟੂ ਜੀ, ਵੈਸੇ ਆਪਾਂ ਧਿਆਨ ਨਹੀਂ ਕਈ ਵਾਰੀ ਆਪਣਾ ਜਾਂਦਾ, ਪਰ ਇਸ ਵੇਲੇ ਇੰਟਰਨੈਸ਼ਨਲੀ ਕਈ ਪੰਜਾਬੀ ਜਿਹੜੇ ਸਿੰਗਰ ਨੇ ਉਹ ਛਾਏ ਹੋਏ ਨੇ, ਜਿਨ੍ਹਾਂ ਦੀ ਕੌਮਾਂਤਰੀ ਜਿਹੜੀ ਮਾਰਕੀਟ ਆ ਉਹਨਾਂ ਦੇ ਵਿੱਚ ਚੰਗੀ ਮੰਗ ਹੈ। ਏਪੀ ਢਿੱਲੋਂ, ਕਰਨ ਔਜਲਾ, ਦਲਜੀਤ, ਇੱਕ ਮੁੰਡਾ ਸ਼ੁਭ ਹੈ, ਟਾਇਰ ਜਿਹਨੂੰ ਮਜੀਠੀਆ ਕਹਿੰਦਾ ਹੁੰਦਾ, ਟਾਇਰ ਘੁੰਮਦੇ ਨੇ, ਉਹ ਮੁੰਡਾ ਜਿਹੜਾ, ਹਾਲਾਂਕਿ ਚਲੋ ਇਹ ਆਪਣੀ ਖਬਰਾਂ ਦਾ ਹਿੱਸਾ ਨਹੀਂ ਸੀ। ਹਾਂਜੀ ਨਹੀਂ ਮੇਰਾ ਦੇਖੋ ਹੁੰਦਾ, ਮੈਂ ਨਵਾਂ ਮਿਊਜ਼ਿਕ ਨਹੀਂ ਸੁਣਦਾ ਪ੍ਰਵੀਨ ਜੀ। ਹਾਂਜੀ ਮਤਲਬ ਕਿ ਮਿਊਜ਼ਿਕ ਮੈਂ ਜਿਮ ਜੁਮ ਚ ਚੱਲਦੇ ਆ ਗਾਣੇ ਜ਼ਰੂਰ ਮੈਂ ਸੁਣ ਲੈਣਾ, ਅਦਰਵਾਈਜ਼ ਨਹੀਂ ਸੁਣਦਾ। ਮੈਨੂੰ ਇਸ ਕਰਕੇ ਨਹੀਂ ਜ਼ਿਆਦਾ ਜਾਣਕਾਰੀ ਹੁੰਦੀ। ਕਰਨ ਔਜਲਾ ਨੂੰ ਮੈਂ ਜਾਣਦਾ ਕਿਉਂਕਿ ਕਰਨ ਔਜਲਾ ਦੇ ਸਿਆਪੇ ਪਏ ਨੇ, ਸੀ ਖਬਰਾਂ ਕੀਤੀਆਂ ਹੁੰਦੀਆਂ। ਠੀਕ ਹੈ ਜੀ, ਏਪੀ ਢਿੱਲੋਂ ਵੀ ਹੁਣ ਖਬਰਾਂ ਕੀਤੀਆਂ ਹੁਣ ਜਾਣ ਲਿਆ, ਤੇ ਦਲਜੀਤ ਨੂੰ ਤੇ ਮੈਂ ਉਦੋਂ ਦਾ ਜਾਣਦਾ ਜਦੋਂ ਇਸ਼ਕ ਦਾ ਊੜਾ ਉਡਾਇਆ ਸੀਗਾ। ਤੇ ਉਹ ਜਿਹੜਾ ਉਹ ਮੁੰਡਾ ਸ਼ੁਭ, ਉਹਦੇ ਭਰਾ ਨੂੰ ਮੈਂ ਜਾਣਦਾ ਚੰਗੀ ਤਰ੍ਹਾਂ, ਉਹ ਰਵਨੀਤ ਦਾ ਭਰਾ। ਹਾਂਜੀ ਬਿਲਕੁਲ। ਤੇ ਅਗਲੀ ਪੰਥਕ ਖਬਰ ਦੇ ਵੱਲ ਵਧੀਆ ਮਿੰਟੂ ਜੀ, ਬੜੀ ਅਹਿਮ ਖਬਰ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜਿਹੜੇ, ਇਹਨਾਂ ਦੀ ਸਾਲੀ ਵੱਲੋਂ ਵੀ ਹੁਣ ਸ਼ਿਕਾਇਤ ਦਰਜ ਕਰਵਾਈ ਗਈ ਹੈ ਜੀ।
ਦੇਖੋ ਸ਼ਿਕਾਇਤ ਇਦਾਂ ਆ ਨਾ ਕਿ ਗਿਆਨੀ ਹਰਪ੍ਰੀਤ ਸਿੰਘ ਖੁਦ ਤੇ ਦਰਜ ਨਹੀਂ ਕਰਾ ਸਕਦੇ, ਜੀ ਜੀ। ਹਾਲੇ ਵੀ ਉਹ ਜਥੇਦਾਰ ਨੇ ਹੂੰ ਤੇ ਕੌਮ ਦਾ ਜਥੇਦਾਰ ਕੋਈ ਇਦਾਂ ਜਾ ਕੇ ਹੁਣ ਪੁਲਿਸ ਦੇ ਕੋਲ ਥਾਣੇ 'ਚ ਬੈਠ ਕੇ ਥੋੜੀ ਰਪਟ ਲਿਖਾਏਗਾ। ਹੂੰ। ਵੈਸੇ ਉਹਨਾਂ ਨੂੰ ਤੇ ਮੈਂ ਰੋਂਦਿਆਂ ਦੇਖ ਕੇ ਵੀ ਰੋਸ ਕੀਤਾ ਸੀਗਾ ਕਿ ਤੁਹਾਨੂੰ ਰੋਣਾ ਨਹੀਂ ਸੀ ਚਾਹੀਦਾ। ਨਹੀਂ ਚਾਹੀਦਾ ਸੀ। ਕੱਲ ਪਰਸੋਂ ਵੀ ਮੈਂ ਕਲਪਦਿਆਂ ਦੇਖੀ, ਮੈਨੂੰ ਦੁੱਖ ਹੋਇਆ ਕਿ ਤੁਹਾਨੂੰ ਇਸ ਤਰ੍ਹਾਂ ਕਲਪਨਾ ਨਹੀਂ ਚਾਹੀਦਾ। ਹੂੰ, ਬਹੁਤ ਦੁੱਖ ਸੁੱਖ ਆਉਂਦੇ ਆ, ਬਹੁਤ ਕੁਝ ਹੁੰਦਾ ਹੈ। ਜੀ ਜੀ। ਇਹ ਭਾਈ ਗੁਰਬਖਸ਼ ਸਿੰਘ ਨੂੰ ਤੇ ਇੱਥੇ ਲੋਕਾਂ ਨੇ ਕਿੰਨੀਆਂ ਗਾਲਾਂ ਕੱਢੀਆਂ ਸੀਗੀਆਂ, ਹੂੰ, ਠੀਕ ਹੈ ਜੀ। ਫਿਰ ਉਸੇ ਬੰਦੇ ਨੂੰ ਮਰਨਾ ਪਿਆ ਤੇ ਫਿਰ ਉਹਨਾਂ ਹੀ ਬੰਦਿਆਂ ਨੇ ਸ਼ਹੀਦ ਕਿਹਾ ਸੀਗਾ। ਬਹੁਤ ਕੁਝ ਹੋਇਆ। ਸੋ ਜੀ। ਗੱਲ ਇਹ ਆ ਕਿ ਮੁਸੀਬਤਾਂ ਮਰਦਾਂ ਤੇ ਬਹੁਤ ਪੈਂਦੀਆਂ ਹੁੰਦੀਆਂ ਨੇ ਪ੍ਰਵੀਨ ਜੀ, ਹੂੰ। ਬਹੁਤ ਪੈਂਦੀਆਂ ਹੁੰਦੀਆਂ। ਤੇ ਜਿਹੜੇ ਜਥੇਦਾਰ ਹੋਣ ਉਹਨਾਂ ਨੂੰ ਤਾਂ ਮੈਂ ਦੂਜੇ ਬੰਦਿਆਂ ਨਾਲ ਤੁਲਨਾ ਹੀ ਨਹੀਂ ਦੇ ਸਕਦਾ। ਹੂੰ। ਤਾਂ ਦੂਜੀ ਗੱਲ ਹੈ ਕਿ ਇਹ ਦੁਨਿਆਵੀ ਕਿਸੇ ਥਾਣੇ 'ਚ ਜਾ ਕੇ ਰਪਟ ਲਿਖਾਉਂਦੇ ਆਪ ਚੰਗੇ ਨਹੀਂ ਲੱਗਦੇ। ਤੇ ਇਸ ਕਰਕੇ ਹੁਣ ਇਹਨਾਂ ਦੀ ਜਿਹੜੀ ਸਾਲੀ ਆ, ਚਲੋ ਆਪਾਂ ਨਾਮ ਵੀ ਨਹੀਂ ਡਿਸਕਲੋਜ਼ ਕਰਾਂਗੇ, ਉਹਨਾਂ ਨੇ ਜਾ ਕੇ ਜੀ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਸ਼ਿਕਾਇਤ ਦੇ ਦਿੱਤੀ ਆ ਕਿ ਉਸ ਬੰਦੇ ਤੇ ਕਾਰਵਾਈ ਕਰੋ। ਵੈਸੇ ਜਿਹੜਾ ਇਹ ਸਾਰਾ ਕੁਝ ਆ ਨਾ, ਜੇ ਤੁਸੀਂ ਵੇਖੋਗੇ ਕਿ ਜਥੇਦਾਰਾਂ ਨੇ ਤਲਬ ਕੀਤੇ, ਬਦਲ ਕੇ ਜਾਂ ਦੂਜੇ ਅਕਾਲੀ, ਤਾਂ ਉਹਨਾਂ ਨੇ ਚੱਕ ਕੇ ਮੁੜ ਕੇ ਐਸਜੀਪੀਸੀ ਵਾਲੇ ਤਲਬ ਕਰ ਲਏ ਤੇ ਐਸਜੀਪੀਸੀ ਵਾਲਿਆਂ ਮੁੜ ਕੇ ਹੁਣ ਜਥੇਦਾਰਾਂ ਦਾ ਕੀ ਹਾਲ ਕੀਤਾ ਤੁਹਾਡੇ ਸਾਹਮਣੇ ਹੀ ਆ। ਹਾਂਜੀ ਹਾਂਜੀ, ਇਹਦਾ ਚਰਚਾ ਹੋਈ ਤੇ ਹੈ ਪੂਰੀ। ਹੁਣ ਇਹ ਸਾਰਾ ਕੁਝ ਹੀ ਜਿਹੜਾ ਆ ਉਹ ਇੰਨਾ ਜ਼ਿਆਦਾ ਕਿ ਗਾਂ ਪਰਸਨਲ ਕਹਿ ਲੋ ਕਿ ਰਿਸ਼ਤਿਆਂ ਤੱਕ ਪਹੁੰਚ ਗਿਆ। ਹਾਲਾਂਕਿ ਮੈਨੂੰ ਕਾਇਦੇ ਕਾਨੂੰਨ ਦਾ ਤੇ ਨਹੀਂ ਪਤਾ, ਪਰ ਮੇਰਾ ਮੰਨਣਾ ਹੈ ਕਿ ਜਦੋਂ ਡਾਈਵੋਰਸ ਹੋਣ ਲੱਗਦਾ ਉਦੋਂ ਇਹ ਸਾਰੀਆਂ ਚੀਜ਼ਾਂ ਉੱਥੇ ਕਈਆਂ ਸੁਣੀਆਂ ਜਾਂਦੀਆਂ ਨੇ। ਠੀਕ ਹੈ ਜੀ। ਜਦੋਂ ਸੈਪਰੇਸ਼ਨ ਹੋ ਜਾਵੇ ਤਾਂ ਕੁਝ ਸ਼ਰਤਾਂ ਤੇ ਲਾਗੂ ਹੁੰਦੀਆਂ ਹੋਣਗੀਆਂ। ਕੋਈ 9 ਸਾਲ ਬਾਅਦ 10 ਸਾਲ ਬਾਅਦ ਬੰਦਾ ਬੋਲ ਰਿਹਾ ਹੈ ਤਾਂ ਦੇਖੋ ਅਗਾਂਹ ਕੋਈ ਆਪਣਾ ਘਰ ਵਸਾ ਕੇ ਬੈਠਾ, ਉਹਦੇ ਵਾਸਤੇ ਕਿਤੇ ਨਾ ਕਿਤੇ ਘਰ ਦੁਬਾਰਾ ਪੁੱਟੇ ਜਾਣ ਵਾਲੀ ਗੱਲ ਤੇ ਹੈ ਨਾ। ਹੁਣ ਸੱਚਾਈ ਕੀ ਹੈ ਮੈਨੂੰ ਨਹੀਂ ਪਤਾ, ਉਹਦੇ ਵਾਸਤੇ ਤੇ ਇਹਨਾਂ ਨੇ ਕਮੇਟੀ ਬਣਾਈ ਹੋਈ ਆ। ਕਮੇਟੀ ਦੇ ਵਿੱਚ ਵੀ ਇੱਕ ਬਾਦਲ ਫੈਮਿਲੀ ਦਾ ਰਿਸ਼ਤੇਦਾਰ ਆ, ਇੱਕ ਇਹਨਾਂ ਦਾ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਦੇ ਮੁਤਾਬਕ ਕੋਈ ਅਹੁਦੇਦਾਰ ਆ ਜ਼ਿਲ੍ਹੇ ਦਾ। ਉਹ ਦੇਖਦੇ ਉਹ ਕੀ ਨਤੀਜਾ ਨਿਕਲਦਾ ਇਸ ਸਾਰੇ ਇਲਜ਼ਾਮ ਤਰਾਸ਼ੀ ਵਾਲੇ ਮਾਮਲੇ ਦਾ। ਪਰ ਇੱਕ ਤੇ ਹੈ ਨਾ ਕਿ ਕਿਸੇ ਦਾ ਘਰ ਬਣਿਆ ਬਣਾਇਆ ਉਹ ਤੇ ਦਾਅ ਤੇ ਲੱਗ ਗਿਆ ਨਾ ਜੀ। ਸੋ ਇਸ ਕਰਕੇ ਉਹ ਸ਼ਿਕਾਇਤ ਕੋਈ ਗੈਰ ਵਾਜਬ ਨਹੀਂ ਹੈ, ਪਰ ਉਹਦੇ ਚ ਪਹਿਲਾਂ ਕਾਨੂੰਨੀ ਪੱਖ ਵੇਖਣਾ ਚਾਹੀਦਾ ਕਿ ਇੰਨੇ ਦੇਰ ਦੀ ਸੈਪਰੇਸ਼ਨ ਤੋਂ ਬਾਅਦ ਕੋਈ ਇਸ ਤਰ੍ਹਾਂ ਦੇ ਦੋਸ਼ ਲਾ ਸਕਦਾ ਕਿਸੇ ਤੇ। ਕਿਉਂਕਿ ਡਾਈਵੋਰਸ ਹੁੰਦਾ ਹੀ ਕੁਝ ਕਾਰਨਾਂ ਕਰਕੇ ਆ, ਚਾਹੇ ਉਹ ਵੱਧ ਚੱਲਣੀ ਦਾ ਹੋਵੇ, ਚਾਹੇ ਉਹ ਕਹਿ ਲੋ ਕਿ ਮਿਸਅੰਡਰਸਟੈਂਡਿੰਗ ਦਾ ਹੋਵੇ, ਜਾਂ ਕੁਝ ਹੋਰ ਕਾਰਨ ਰਹੇ ਹੋ। ਕੁਝ ਕਾਰਨ ਹੁੰਦੇ ਤਦੇ ਡਾਈਵੋਰਸ ਜਿਹੜਾ ਅਦਾਲਤ ਦਵਾਉਂਦੀ ਹੈ ਨਾ, ਤਾਂ ਉਹਦੇ ਚ ਜਿਹੜਾ ਕੋਈ ਸ਼ਰਤਾਂ ਤੇ ਗਾਹ ਰੱਖੀਆਂ ਜਾਂਦੀਆਂ ਹੋਣਗੀਆਂ ਕਿ ਇਹਨੇ ਕੀ ਦੇਣਾ, ਇਹਨੇ ਕੀ ਲੈਣਾ, ਜੋ ਵੀ ਨਿਬੇੜਾ ਹੁੰਦਾ ਹੈ। ਪਰ ਕੀ ਉਹਦੇ ਚ ਇਹ ਖੁੱਲ ਹੁੰਦੀ ਆ ਕਿ ਕਿਉਂਕਿ ਦੇਖੋ ਅਸੀਂ ਆਪਣੇ ਜੀਵਨ ਸਾਥੀ ਦੇ ਨਾਲ ਕੁਝ ਸਾਲ ਬਿਤਾਏ ਹੋਣ, ਸਰ ਇੱਕ ਯਾਰ ਦੋਸਤ ਨਾਲ ਮਹੀਨਾ ਰਹੇ ਹੋਈਏ ਨਾ ਦਿਨ ਰਾਤ, ਸਾਨੂੰ ਤੇ ਉਹਦੇ ਘਰ ਦੇ ਰੌਸ਼ਨਦਾਨਾਂ ਦਾ ਵੀ ਪਤਾ ਹੁੰਦਾ। ਮਤਲਬ ਕਿ ਮੇਰੇ ਜਿਹੜੇ ਖਾਸ ਭਰਾ ਨੇ ਮੇਰੇ ਇੱਕ ਦੋ ਜ਼ਿੰਦਗੀ ਚ, ਉਹਨਾਂ ਨੂੰ ਮੇਰੇ ਮਤਲਬ ਕਿ ਬਟੂਏ ਚ ਪਏ ਪੈਸਿਆਂ ਦਾ ਵੀ ਪਤਾ ਹੁੰਦਾ ਕਿ ਇਹਦੇ ਚ ਇੰਨੀ ਤਰੀਕ ਤੱਕ ਇੰਨੇ ਹੁੰਦੇ ਆ ਇਹਦੇ ਕੋਲ। ਤਾਂ ਮਤਲਬ ਤੇ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਇੱਕ ਛੱਤ ਹੇਠ ਇੰਨੇ ਸਾਲਾਂ ਦਾ ਨਹੀਂ ਵਧਾਇਆ, ਉਹ ਪਤਾ ਤੇ ਹੁੰਦਾ ਹੀ ਹੈ ਬਹੁਤ ਸਾਰੀਆਂ ਗੱਲਾਂ ਦਾ। ਕੀ ਉਹ ਖੁੱਲ ਹੈ ਕਿ ਮੁੜ ਕੇ ਸੈਪਰੇਸ਼ਨ ਤੋਂ ਬਾਅਦ ਤੁਸੀਂ ਸਾਰਾ ਕੁਝ ਕਰ ਦਿਓ? ਤੇ ਫਿਰ ਜੇ ਮੰਨ ਲਓ ਕੱਲ ਨੂੰ, ਮਾਫ ਕਰਨਾ ਮੈਂ ਇੱਕ ਮਿਸਾਲ ਹੋਰ ਦੇ ਰਿਹਾ, ਕੱਲ ਨੂੰ ਇਸੇ ਤਰ੍ਹਾਂ ਇੱਕ ਬਹੁਤ ਵੱਡੇ ਅਹੁਦੇ ਤੇ ਬੈਠੇ ਜਿਹੜੇ ਪੰਜਾਬ ਨੂੰ ਚਲਾ ਰਹੇ ਜੀ, ਜੇ ਉਹਨਾਂ ਦੀ ਸਾਬਕਾ ਪਤਨੀ ਆ ਜਾਵੇ ਫਿਰ ਬਹੁਤ ਖਲਾਰਾ ਪੈ ਜਾਏਗਾ ਨਾ ਜੀ। ਤੇ ਕਾਨੂੰਨੀ ਨੁਕਤੇ ਨਿਗਾਹ ਤੋਂ ਵੀ ਵੇਖਣ ਦੀ ਜ਼ਰੂਰਤ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਆਪਾਂ ਨੂੰ ਇੱਕ ਦੂਜੇ ਦੀਆਂ। ਮੈਂ ਜਿਵੇਂ ਕਿਹਾ ਕਿ ਯਾਰ ਦੋਸਤ ਦਾ ਹੀ ਪਤਾ ਹੁੰਦਾ, ਤਾਂ ਪਤੀ ਪਤਨੀ ਤੇ ਬਹੁਤ ਗਾਂਹ ਤੱਕ ਜਾਂਦੇ ਨੇ ਨਾ ਸਾਹਿਬ। ਤਾਂ ਕੀ ਇਹ ਖਿਲਾਰੇ ਜ਼ਰੂਰੀ ਨੇ? ਕਿਉਂਕਿ ਦੂਜੀਆਂ ਚੀਜ਼ਾਂ ਮੈਂ ਨਹੀਂ ਮਤਲਬ ਕਿ ਉਹ ਚੱਲਦੀਆਂ ਰਹਿੰਦੀਆਂ, ਮੈਂ ਉਹ ਵਿੱਚ ਨਹੀਂ ਲਿਆ ਰਿਹਾ ਪ੍ਰਵੀਨ ਜੀ। ਮੈਂ ਲਿਆ ਰਿਹਾ ਕਿ ਪਹਿਲਾਂ ਇਹ ਕਾਨੂੰਨੀ ਨੁਕਤੇ ਨਿਗਾਹ ਤੋਂ ਦੇਖਣਾ ਚਾਹੀਦਾ, ਕਿਉਂਕਿ ਤੁਸੀਂ ਜਲੂਸ ਕੱਢ ਰਹੇ ਹੋ ਜੀ। ਤੁਸੀਂ ਪੰਥਕ ਰਾਜਨੀਤੀ ਨਹੀਂ ਕਰ ਰਹੇ, ਤੁਸੀਂ ਜਲੂਸ ਕੱਢ ਰਹੇ ਹੋ ਇੱਕ ਦੂਜੇ ਦਾ ਜਲੂਸ। ਤੁਸੀਂ ਮੈਂ ਕਹਿੰਦਾ ਕਿ ਪੰਥਕ ਰਾਜਨੀਤੀ ਦਾ ਹੀ ਪੂਰੀ ਤਰ੍ਹਾਂ ਕੱਢ ਰਹੇ ਤੁਸੀਂ। ਰਾਜਨੀਤੀ ਤਾਂ ਮਿੰਟੂ ਜੀ ਇਕੱਲਾ ਜਲੂਸ ਕੱਢਣਾ ਨਹੀਂ, ਰਾਜਨੀਤੀ ਤਾਂ ਇੱਕ ਹੋਰ ਬਹੁਤ ਤਰ੍ਹਾਂ ਦੀ ਵੱਡੀ ਚੀਜ਼ ਹੈ ਜਿਹਦੇ ਵਿੱਚ
ਲੋਕਾਂ ਦੇ ਮਸਲੇ, ਉਹਨਾਂ ਦੇ ਹੱਕ ਹਕੂਕ ਦੀ ਗੱਲ, ਉਹਨਾਂ ਪੰਥਕ ਪਰੰਪਰਾਵਾਂ ਦੀ ਗੱਲ, ਰਾਜਨੀਤੀ 'ਚ ਬਿਆਨਬਾਜ਼ੀ ਥੋੜ੍ਹਾ ਆਉਂਦੀ ਹੈ। ਆਪਣੇ ਲੋਕ ਜਾਂ ਕਹਿ ਲਓ ਕਿ ਇਹ ਜਿਹੜੇ ਲੀਡਰ ਨੇ, ਆਗੂ ਨੇ, ਸਮਝਦੇ ਨੇ ਕਿ ਜਿਹੜਾ ਬਿਆਨ ਜਿਹਨੇ ਵਿਵਾਦਤ ਬਿਆਨ ਦਿੱਤਾ ਉਹ ਵੱਡਾ ਰਾਜਨੀਤੀਵਾਨ ਹੋ ਗਿਆ। ਨਹੀਂ ਪ੍ਰਵੀਨ ਜੀ, ਪੰਥਕ ਰਾਜਨੀਤੀ 'ਚ ਪੰਥਕ ਮੁੱਦੇ ਜਿਹੜੇ ਉਹ ਤਰਜੀਹ ਹੁੰਦੇ ਨੇ, ਉੱਥੇ ਪੰਥ ਤੇ ਕੌਮ ਹਮੇਸ਼ਾ ਤਰਜੀਹੀ ਹੁੰਦੀ ਹੈ, ਹੋਣੀ ਚਾਹੀਦੀ। ਪਰ ਤੁਸੀਂ ਇਹ ਕਿਹੜੀ ਸੇਵਾ ਕਰ ਰਹੇ ਹੋ? ਉਹ ਦੂਜੀ ਰਾਜਨੀਤੀ ਦੀ ਨਹੀਂ ਮੈਂ ਗੱਲ ਕਰ ਰਿਹਾ। ਹਾਂਜੀ ਬਿਲਕੁਲ, ਇਹ ਪੰਥਕ ਰਾਜਨੀਤੀ ਹੈ ਜਿੱਥੇ ਪੰਥ ਪ੍ਰਥਮ ਹੁੰਦਾ ਹੈ, ਜਿੱਥੇ ਕੌਮ ਦੀ ਗੱਲ ਜਿਹੜੀ ਉਹ ਤਰਜੀਹੀ ਹੁੰਦੀ ਹੈ। ਪਰ ਇੱਥੇ ਕੌਮ ਤੇ ਪੰਥ ਕਿੱਥੇ ਆ? ਬਿਲਕੁਲ, ਇੱਥੇ ਤੇ ਤੁਹਾਡੇ ਆਪਣੇ ਕੁਝ ਲੀਡਰ ਨੇ, ਉਹਨਾਂ ਦੇ ਪਿੱਛੇ ਧੜੇ ਨੇ, ਉਹਨਾਂ ਦੇ ਪਿੱਛੇ ਤਿਕੜਮਾਂ ਨੇ ਤੇ ਇਲਜ਼ਾਮ ਤਰਾਸ਼ੀਆਂ। ਜੀ ਬਿਲਕੁਲ। ਤੇ ਮਿੰਟੂ ਜੀ, ਸਰਦਰੁੱਤ ਦਾ ਜਿਹੜਾ ਸੰਸਦ ਦਾ ਇਜਲਾਸ ਆ ਉਹ ਖਤਮ ਹੋ ਗਿਆ, ਮੈਨੂੰ ਲੱਗਦਾ ਖਤਮ ਤਾਂ ਹੋ ਗਿਆ, ਪਰ ਜਿਸ ਤਰੀਕੇ ਨਾਲ ਅਮਿਤ ਸ਼ਾਹ ਚਿੜ ਕੇ ਕਹਿੰਦੇ ਰਹੇ ਅੰਬੇਦਕਰ, ਉਹ ਸ਼ਾਇਦ ਹੁਣ ਭਵਿੱਖ ਦੇ ਵਿੱਚ ਕੋਟ ਕੀਤਾ ਜਾਊਗਾ ਹਮੇਸ਼ਾ। ਦੇਖੋ, ਉਸੇ ਚੀਜ਼ ਨੂੰ ਦਬਾਉਣ ਵਾਸਤੇ ਤਾਂ ਇੱਕ ਸਕ੍ਰਿਪਟਡ ਸਾਰੀ ਗੇਮ ਰਚੀ ਗਈ, ਜਿਹਦੇ ਵਿੱਚ ਰਾਹੁਲ ਗਾਂਧੀ ਤੇ FIR ਹੋਈ, ਉਹਦੇ ਵਿੱਚ ਮੈਕਸਿਮਮ ਉਮਰ ਕੈਦ ਵੀ ਹੋ ਸਕਦੀ ਹੈ। ਜੀ। ਹਾਲਾਂਕਿ ਜਿਹੜੇ ਉਹ ਜ਼ਖਮੀ ਹੋਏ ਆ, ਉਹ ਸ਼ਿਵਰਾਜ ਸਿੰਘ ਚੌਹਾਨ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਕਿ ਉਹ ਤੇ ਬੇਹੋਸ਼ ਪਿਆ ਜੀ ICU 'ਚ, ਤੇ ਉਹ ਬਾਈਟਾਂ ਦੇ ਰਿਹਾ ਸੀਗਾ। ਤੇ ਇੱਕ ਜਣਾ ਆਪ ਹੀ ਕਹਿ ਰਿਹਾ ਸੀਗਾ ਕਿ ਮੇਰੇ ਉੱਤੇ ਤੇ ਇੱਕ ਮੋਟਾ ਤਾਜਾ ਜਿਹੜਾ ਸੀਗਾ ਜੀ MP ਡਿੱਗ ਪਿਆ, ਤੇ ਰਾਹੁਲ ਗਾਂਧੀ ਨੇ ਉਹਨੂੰ ਧੱਕਾ ਮਾਰਿਆ ਸੀਗਾ। ਮਤਲਬ ਕਿ ਧੱਕੇ ਨੂੰ ਹੁਣ ਰਾਹੁਲ ਗਾਂਧੀ ਕਹਦੇ ਕਿ ਮੈਨੂੰ ਤਾਂ ਗਾਂ ਕਿਸੇ ਨੇ ਧੱਕਾ ਮਾਰਿਆ ਸੀ, CCTV ਫੁਟੇਜ 'ਚ ਹੀ ਸਾਫ਼ ਹੋਏਗਾ ਨਾ। ਤੇ ਭਾਜਪਾ ਵਾਲਿਆਂ ਕੋਲ ਤੇ ਦੱਸਦੇ ਕਿ ਸਟਿੱਕਾਂ ਵਗੈਰਾ ਵੀ ਸੀਗੀਆਂ। ਇੱਥੇ ਜਿਵੇਂ ਉਹ ਕਾਲਜਾਂ ਦੇ ਵਿੱਚ ਲੜਾਈ ਵਾਲਾ ਹਿਸਾਬ ਕਿਤਾਬ ਬਣਿਆ ਨਾ। ਅਸੀਂ ਸਰ ਕਾਲਜਾਂ ਦੇ ਵਿੱਚ ਜਦੋਂ ਲੜਦੇ ਭਿੜਦੇ ਹੁੰਦੇ ਸੀ, ਤੇ ਉੱਥੇ ਤੇ ਕਹਿਣਾ ਕਿ ਅਸੀਂ ਫੰਡਿਆ, ਤੇ ਜਦੋਂ ਠਾਣਿਓ ਕਠਾਣੀ ਹੋ ਜਾਣਾ, ਅਸੀਂ ਕਹਿਣਾ ਵੀ ਉਹ ਉਹਨਾਂ ਕੁੱਟਿਆ ਜੀ ਸਾਨੂੰ, ਉਹਨਾਂ ਕਹਿਣਾ ਜੀ ਇਹਨਾਂ ਨੇ ਕੁੱਟਿਆ। ਆਹ ਹਿਸਾਬ ਕਿਤਾਬ ਹੋਇਆ ਪਿਆ ਕਾਲਜ ਦੀ ਲੜਾਈ ਵਾਲਾ। ਉਹ ਤਾਂ ਦਸਤੇ ਦੁਸਤੇ ਜਿੱਦਾਂ ਚੱਲਦੇ ਹੁੰਦੇ ਆ, ਤੇ ਇੱਥੇ ਡਾਂਗ ਡੰਗੋਰੀ ਚੱਕੀ ਫਿਰਦੇ ਸੀਗੇ। ਤਾਂ ਮਤਲਬ ਕਿ ਇਹ ਰਾਜਨੀਤੀ ਜਿਹੜੀ ਆ ਉਹ ਧੱਕੇ ਕਰਦੀ ਹੁਣ ਧੱਕਾ ਮਾਰ ਵੀ ਹੋ ਗਈ ਆ ਇਹ ਆਪੋ ਵਿੱਚ ਦੀ। ਤਾਂ ਬਹੁਤ ਮੈਂ ਕਹੂੰਗਾ ਕਿ ਜਲੂਸ ਨਿਕਲ ਰਿਹਾ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਅੰਬੇਦਕਰ ਦੀ, ਮੈਂ ਉਹਦੇ ਬਾਰੇ ਇੰਨਾ ਹੀ ਕਹਿਣਾ ਚਾਹੂੰਗਾ ਤੁਹਾਨੂੰ ਕਿ ਅੱਗੇ ਵੀ ਇਹਨਾਂ ਨੂੰ ਹੱਥ ਲੱਗੇ ਆ ਇਸ ਇਲੈਕਸ਼ਨ 'ਚ, ਅਗਾਂਹ ਵੀ ਲੱਗ ਸਕਦੇ। ਇਹਦਾ ਨੁਕਸਾਨ ਹੋਏਗਾ ਇਹਨਾਂ ਨੂੰ, ਔਰ ਲੰਮਾ ਸਮਾਂ ਅਮਿਤ ਸ਼ਾਹ ਨੂੰ ਇਹ ਨੁਕਸਾਨ ਝੱਲਣਾ ਪਏਗਾ। ਇਹ ਜ਼ਿੰਦਗੀ 'ਚ ਬਹੁਤ ਵੱਡੀ ਗਲਤੀ ਕੀਤੀ ਆ ਇਹਨਾਂ ਨੇ, ਬਹੁਤ ਵੱਡੀ ਗਲਤੀ ਕੀਤੀ ਹੈ। ਹਾਲਾਂਕਿ ਜਿਹੜਾ ਇਹ ਕਹਿੰਦੇ, ਮੈਂ ਤੁਹਾਨੂੰ ਅੱਗੇ ਵੀ ਕਈ ਚੀਜ਼ਾਂ ਕੋਟ ਕਰਕੇ ਦੱਸੀਆਂ ਸਨ ਕਿ ਇਹ ਕਿੱਡੇ ਕੁ ਦਲਿਤ ਪ੍ਰੇਮੀ ਆ ਜਾਂ ਅੰਬੇਦਕਰਵਾਦੀ ਆ ਭਾਜਪਾ ਵਾਲੇ, ਉਹ ਸਾਰਾ ਤੁਹਾਨੂੰ ਮੈਂ ਦੱਸਿਆ ਕਿ ਕਿੱਦਾਂ ਹਿੰਦੂ ਕੋਡ ਬਿੱਲ ਇਹ ਲੋਕ ਮੁਖਾਲਫਤ ਦੇ ਵਿੱਚ ਸੀਗੇ। ਭੀਮਾ ਕੋਰੇਗਾਂਵ ਆਪਣੇ ਸਾਹਮਣੇ ਹੁਣ ਦੀ ਗੱਲ ਹੈ ਨਾ। ਹਾਂਜੀ, ਉਹਦੇ ਵਿੱਚ ਕੀ ਕੀਤਾ, ਇੱਕ ਫਰਜ਼ੀ ਕੇਸ ਜਿਹੜਾ ਸਾਰਾ ਬਣਾਇਆ ਗਿਆ, ਉਹਦੇ ਵਿੱਚ ਦਲਿਤ ਆਗੂ ਜਿਹੜੇ ਸੀਗੇ ਉਹਨਾਂ ਨੂੰ ਫਸਾਇਆ ਜਾਂ ਖੱਬੇ ਪੱਖੀ ਆਗੂਆਂ ਨੂੰ ਫਸਾਇਆ ਗਿਆ। ਠੀਕ ਹੈ ਨਾ ਜੀ। ਸੋ ਇਹ ਸਭ ਕੁਝ ਇਹ ਦੁਨੀਆ ਦੇ ਸਾਹਮਣੇ, ਇਹ ਸਕ੍ਰਿਪਟ ਵੀ ਦੁਨੀਆ ਦੇ ਸਾਹਮਣੇ ਆ। ਪਰ ਸਰਦਰੁੱਤ ਦਾ ਇਜਲਾਸ ਖਤਮ ਹੋ ਗਿਆ। ਵਾਕਿਆ ਤੁਹਾਡੀ ਗੱਲ ਸਹੀ ਹੈ, ਇਜਲਾਸ ਖਤਮ ਹੋਇਆ, ਪਰ ਇਹ ਵਿਵਾਦ ਖਤਮ ਨਹੀਂ ਹੋਇਆ, ਇਹ ਹਾਲੇ ਚੱਲੇਗਾ। ਜੀ ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਜਿਸ ਖਬਰ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਸਾਂ, ਜਿਸ ਖਬਰ ਦੇ ਉੱਤੇ ਆਪਾਂ ਚਰਚਾ ਕਰ ਰਹੇ ਸਾਂ, ਅੰਬੇਦਕਰ ਜਿਨ੍ਹਾਂ ਨੇ ਇੱਕ ਚੇਤਾਵਨੀ ਦਿੱਤੀ ਸੀ, ਉਹਨਾਂ ਦੀ ਚੇਤਾਵਨੀ ਮੈਨੂੰ ਯਾਦ ਆ ਗਈ ਹੈ। ਉਹ ਕਹਿੰਦੇ ਕਿ ਜੇਕਰ ਹਿੰਦੂ ਰਾਸ਼ਟਰ ਇੱਕ ਹਕੀਕਤ ਬਣ ਜਾਂਦਾ, ਉਹਨਾਂ ਦੀ ਇੱਕ ਚੇਤਾਵਨੀ ਹੈ ਜਾਂ ਕੋਟ ਕਹਿ ਲਓ ਉਹਨਾਂ ਦਾ, ਤਾਂ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਦੇਸ਼ ਦੇ ਲਈ ਸਭ ਤੋਂ ਵੱਡੀ ਵਿਪਤਾ ਹੋਵੇਗੀ। ਕੋਈ ਫਰਕ ਨਹੀਂ ਪੈਂਦਾ ਕਿ ਹਿੰਦੂ ਕੀ ਕਹਿੰਦੇ ਨੇ, ਹਿੰਦੂ ਕੀ ਸੋਚਦੇ ਨੇ। ਹਿੰਦੂਵਾਦ, ਆਜ਼ਾਦੀ, ਬਰਾਬਰੀ ਤੇ ਭਰਾਤਰੀਵਾਦ ਦੇ ਲਈ ਉਹ ਕਹਿੰਦੇ ਕਿ ਕੀ ਹੋ ਰਿਹਾ, ਇਹ ਕੋਈ ਫਰਕ ਨਹੀਂ ਪੈਂਦਾ ਮੈਨੂੰ। ਉਹ ਆਪ ਵੀ ਤੁਹਾਨੂੰ ਪਤਾ ਹੀ ਹੈ ਇਸੇ ਭਾਈਚਾਰੇ ਦੇ ਵਿੱਚੋਂ ਸੀਗੇ। ਪਰ ਇਹ ਕਹਿੰਦੇ ਕਿ ਇਸ ਭਾਰਤ ਦੇ ਲਈ ਕੋਈ ਚੀਜ਼ ਕੋਈ ਬਹੁਤੀ ਤਰਕਸੰਗਤ ਨਹੀਂ ਹੈ, ਤੇ ਲੋਕਤੰਤਰ ਦੇ ਲਈ ਵੀ ਕੋਈ ਬਹੁਤੀ ਤਰਕਸੰਗਤ ਚੀਜ਼ ਨਹੀਂ ਹੈ। ਇਸੇ ਕਰਕੇ ਜਿਹੜੀ RSS ਤੇ ਜਿਹੜੀ ਭਾਜਪਾ ਹੈ, ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ, ਉਹਨਾਂ ਦੀਆਂ ਇਹਨਾਂ ਕੋਟਸ ਤੋਂ ਚਿੜ ਹੈ। ਤੇ ਜਦੋਂ ਵੀ ਕੋਈ ਦਲਿਤ ਭਾਈਚਾਰੇ ਦੇ ਵਿੱਚ ਉੱਠ ਕੇ ਜਾਂ ਕੋਈ ਹੋਰ ਬੰਦਾ ਹੱਕ ਹਕੂਕ ਦੀ ਗੱਲ ਕਰਦਾ ਜਾਂ ਸੰਵਿਧਾਨ ਦੀ ਬਰਾਬਰੀ ਦੀ ਗੱਲ ਕਰਦਾ, ਕਿਉਂਕਿ ਆਪਣੇ ਦੇ ਵਿੱਚੋਂ ਬਹੁਤ ਗਿਣਤੀ ਤਾਂ ਇਹ ਜੀ ਹੈ ਜਿਨ੍ਹਾਂ ਨੇ ਕਨਸਟੀਟਿਊਸ਼ਨਲ ਡਿਬੇਟਸ ਹੀ ਨਹੀਂ ਪੜ੍ਹੀਆਂ ਸ਼ਾਇਦ ਹੋਣਗੀਆਂ, ਜਿਨ੍ਹਾਂ ਨੂੰ ਸ਼ਾਇਦ ਉਹਨਾਂ ਦੇ ਬਾਰੇ ਕੋਈ ਇਲਮ ਨਹੀਂ ਹੋਣਾ, ਜਿਨ੍ਹਾਂ ਨੂੰ ਉਹਨਾਂ ਦੇ ਬਾਰੇ ਪਤਾ ਨਹੀਂ ਹੋਣਾ। ਜਦੋਂ ਡਿਬੇਟਸ ਹੋ ਰਹੀਆਂ ਸੀ, ਸੰਵਿਧਾਨ ਦੇ ਬਾਰੇ ਬਹਿਸਾਂ ਹੋ ਰਹੀਆਂ ਸੀ, ਉਦੋਂ ਇਹ ਨਹੀਂ ਸੀਗਾ ਕਿ ਕੋਈ ਖਿੱਤਾ, ਕੋਈ ਪੰਜਾਬ ਜਾਂ ਬਿਹਾਰ ਜਾਂ ਪੱਛਮੀ ਬੰਗਾਲ ਦੇ ਆਧਾਰ ਤੇ ਜਾਂ ਕੋਈ ਹੋਰ, ਉਹ ਬਾਅਦ ਦੇ ਵਿੱਚ ਗੱਲਾਂ ਐਡ ਕੀਤੀਆਂ। ਪਰ ਉਦੋਂ ਇੱਕ ਵਿਅਕਤੀ ਵਿਸ਼ੇਸ਼
ਚਾਹੇ ਤਾਂ ਉਹ ਬੰਬੇ ਦੇ ਵਿੱਚ 4 5 10 20 ਹੋਟਲਾਂ ਦਾ ਮਾਲਕ ਆ, ਚਾਹੇ ਉਹਦੇ ਕੋਲ 200 ਹੋਟਲ ਹੈ, ਤੇ ਚਾਹੇ ਉਹ ਮੱਧ ਪ੍ਰਦੇਸ਼ ਦੇ ਵਿੱਚ ਜਾਂ ਪੰਜਾਬ ਦੇ ਕਿਸੇ ਸਰਹੱਦੀ ਇਲਾਕੇ ਦੇ ਵਿੱਚ ਬੈਠਾ ਕੋਈ ਉਹ ਕਿਸਾਨ ਹੈ, ਕੋਈ ਉਹ ਮਜ਼ਦੂਰ ਹੈ ਜਿਹਦੇ ਕੋਲੇ 1.5 2 ਕਿੱਲਾ ਪੈਲੀ ਹੈ, ਜਾਂ ਉਹ ਮਜ਼ਦੂਰ ਜਿਹੜਾ ਰੋਜ਼ਾਨਾ ਮਜ਼ਦੂਰੀ ਕਰਕੇ ਆਪਣੀ ਰੋਜ਼ੀ ਰੋਟੀ ਕਮਾ ਰਿਹਾ, ਤਾਂ ਉਹ ਉਹਨਾਂ ਨੂੰ ਬਰਾਬਰ ਕਿਵੇਂ ਰੱਖਣਾ ਹੈ। ਇਹ ਨਹੀਂ ਗਾ ਕਿ ਜੇ ਕੋਈ ਐਮਐਲਏ ਐਮਪੀ ਕੋਰਟ ਦੇ ਵਿੱਚ ਜਾਊਗਾ, ਪੁਲਿਸ ਥਾਣੇ ਜਾਊਗਾ ਤੇ ਉਹਦੇ ਨਾਲ ਵੱਖਰਾ ਟਰੀਟ ਹੋਊਗਾ। ਇਹ ਨਹੀਂ ਗਾ ਕਿ ਜੇ ਕੋਈ ਆਮ ਬੰਦੇ ਨੂੰ, ਕਿਸੇ ਆਮ ਬਸ਼ਿੰਦੇ ਨੂੰ ਕਿਸੇ ਪੁਲਿਸ ਪਾਰਟੀ ਨੇ ਚੱਕ ਲਿਆ, ਉਹਦਾ ਕੋਈ ਵੱਖਰਾ ਹੋਊਗਾ। ਨਹੀਂ, ਉਹਨਾਂ ਨੂੰ ਬਰਾਬਰਤਾ ਕਿਵੇਂ ਦੇਣੀ ਹੈ। ਤੇ ਸਮਾਜ ਦੇ ਵਿੱਚ ਇੱਕ ਵਰਗ ਅਜਿਹਾ ਜਿਹਨੂੰ ਇਹ ਬਰਾਬਰਤਾ, ਜਿਹਨੂੰ ਇਹ ਸਮਾਨਤਾ, ਜਿਹਨੂੰ ਇਹ ਹੱਕ ਹਕੂਕ ਬੜੇ ਚੁਭਦੇ ਨੇ। ਉਹਨਾਂ ਨੂੰ ਲੱਗਦਾ ਕਿ ਅਸੀਂ ਅਲੀਟ ਹਾਂ, ਜਾਂ ਅਸੀਂ ਦੂਜੀਆਂ ਚੀਜ਼ਾਂ ਦੇ ਵਿੱਚ ਲੋਕਾਂ ਨਾਲੋਂ ਅੱਗੇ ਹਾਂ, ਜਾਂ ਅਸੀਂ ਸੁਪੀਰੀਅਰ ਹਾਂ ਕਿਸੇ ਵੀ ਤਰੀਕੇ ਨਾਲ, ਅਖੌਤੀ ਸੁਪੀਰੀਅਰਵਾਦ ਜਿਹੜਾ, ਜਾਂ ਅਸੀਂ ਬਹੁਤ ਉੱਚੇ ਹਾਂ। ਤਾਂ ਉਹਨਾਂ ਲੋਕਾਂ ਨੂੰ ਇਹ ਚੀਜ਼ਾਂ ਚੁਭਦੀਆਂ ਨੇ। ਪਰ ਜਿਹੜਾ ਆਮ ਇੱਕ ਬੰਦਾ, ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਦਾ ਮਾਲਕ ਆ, ਉਹਨੂੰ ਕੋਈ ਚੱਕਰ ਨਹੀਂ ਗਾ। ਕਿਸੇ ਨੂੰ ਹੱਕ ਮਿਲਦਾ, ਕਿਸੇ ਨੂੰ ਹਕੂਕ ਮਿਲਦਾ, ਕਿਸੇ ਨੂੰ ਬਰਾਬਰਤਾ ਮਿਲਦੀ ਹੈ, ਸਮਾਨਤਾ ਮਿਲਦੀ ਆ। ਔਰ ਇਹ ਕਦੇ ਵੀ ਮਨੁੱਖਤਾ ਲਈ ਗਲਤ ਨਹੀਂ ਹੁੰਦੀ। ਬਰਾਬਰਤਾ, ਸਮਾਨਤਾ, ਹੱਕ ਹਕੂਕ ਇਹ ਗਲਤ ਨਹੀਂ ਹੁੰਦੇ। ਗਲਤ ਹੁੰਦਾ ਜਦੋਂ ਕਿਸੇ ਨੂੰ ਦੱਬਿਆ ਜਾਣਾ, ਕਿਸੇ ਨੂੰ ਕੁਚਲਿਆ ਜਾਣਾ। ਔਰ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਸਮਾਜ ਦੇ ਵਿੱਚ ਕਿਸੇ ਬੰਦੇ ਨੇ, ਕਿਸੇ ਫਿਲਾਸਫਰ ਨੇ ਇਹ ਗੱਲ ਕਹੀ ਸੀਗੀ ਕਿ ਜਦੋਂ ਆਪਾਂ ਕਿਸੇ ਹੱਕ ਹਕੂਕ ਦੀ ਗੱਲ ਕਰਦੇ ਹਾਂ, ਨਾ ਸਿਰਫ ਆਪਾਂ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਰਹੇ ਹੁੰਦੇ ਹਾਂ, ਬਲਕਿ ਇੱਕ ਮਨੁੱਖਤਾ ਦਾ ਜਿਹੜਾ ਮਾਨ ਸਨਮਾਨ ਹੈ, ਜਿਹੜੀ ਡਿਗਨਿਟੀ ਹੈ, ਆਪਾਂ ਉਹਨੂੰ ਵੀ ਬਚਾ ਰਹੇ ਹੁੰਦੇ ਹਾਂ। ਇੱਕ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਇੱਕ ਬੜੀ ਅਹਿਮ ਜਿਹੜੀ ਆਪਾਂ ਲੋਕ ਸਭਾ ਦੇ ਸੰਸਦ ਜਿਹੜਾ ਇਜਲਾਸ ਹੋਇਆ, ਇਹਦੇ ਵਿੱਚ ਇੱਕ ਕਮੇਟੀ ਦੀ ਰਿਪੋਰਟ ਆਈ ਹੈ। ਉਹ ਕਮੇਟੀ ਦੀ ਰਿਪੋਰਟ ਜਿਹੜੀ ਆ ਉਹ ਕਿਸਾਨਾਂ ਦੇ ਬਾਰੇ, ਮਜ਼ਦੂਰਾਂ ਦੇ ਬਾਰੇ ਤੇ ਹੋਰ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਬਾਰੇ ਕੀ ਕਹਿੰਦੀ ਹੈ, ਤੇ ਇਹਦੇ ਨਾਲ ਪੰਜਾਬ ਦੇ ਨਾਲ ਜੁੜੀਆਂ ਕੁਝ ਅਹਿਮ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਇਹਨਾਂ ਰਿਪੋਰਟਾਂ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਇਹ ਕੀਤੀ ਗਈ ਹੈ ਕਿ ਇਹ ਪਹਿਲੀ ਗੱਲ ਤਾਂ ਜਿਹੜੀ ਕਮੇਟੀ ਨੇ ਪੇਸ਼ ਕੀਤੀਆਂ ਉਹਨਾਂ ਦੇ ਵਿੱਚ ਜਿਹੜੇ ਕਾਂਗਰਸੀ ਮੈਂਬਰ ਪਾਰਲੀਮੈਂਟ ਆ ਚਰਨਜੀਤ ਸਿੰਘ ਚੰਨੀ ਉਹ ਚੇਅਰਮੈਨ ਸੀਗੇ ਤੇ ਉਹਦੇ ਵਿੱਚ ਖੇਤੀ ਪਸ਼ੂ ਪਾਲਣ ਤੇ ਫੂਡ ਪ੍ਰੋਸੈਸਿੰਗ ਸੰਬੰਧੀ ਜਿਹੜੀ ਸਟੈਂਡਿੰਗ ਕਮੇਟੀ ਦਾ ਗਠਨ ਕੀਤਾ ਗਿਆ ਸੀਗਾ ਉਸ ਨੇ ਆਪਣੀ ਰਿਪੋਰਟ ਦੇ ਵਿੱਚ ਜਿਹੜੀ ਆ ਉਹਨੇ ਪੀਐਮ ਕਿਸਾਨ ਯੋਜਨਾ ਦੇ ਤਹਿਤ ਜਿਹੜੇ ਕਿਸਾਨਾਂ ਨੂੰ 6000 ਰੁਪਇਆ ਦਿੰਦੇ ਆ ਸਾਲ ਦਾ 3 ਕਿਸ਼ਤਾਂ ਦੇ ਵਿੱਚ 2-2 ਹਜ਼ਾਰ ਉਹਨਾਂ ਨੂੰ ਦੁੱਗਣੇ ਕਰਕੇ 12000 ਰੁਪਇਆ ਕਰਨ ਦੇ ਲਈ ਕਿਹਾ। ਕਮੇਟੀ ਦਾ ਵਿਚਾਰ ਹੈ ਕਿ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਇਹ ਰਕਮ ਬਟਾਈਦਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਵੀ ਦਿੱਤੀ ਜਾਣੀ ਚਾਹੀਦੀ ਹੈ। ਇਹ ਖੇਤੀ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਵੱਲ ਇੱਕ ਅਹਿਮ ਯਤਨ ਹੋਵੇਗਾ। ਕਮੇਟੀ ਨੇ ਇਹ ਗੱਲ ਤੇ ਵੀ ਜ਼ੋਰ ਦਿੱਤਾ ਕਿ ਕਿਸਾਨਾਂ ਦੇ ਲਈ ਐਮਐਸਪੀ ਦੀ ਜਿਹੜੀ ਕਾਨੂੰਨੀ ਗਰੰਟੀ ਲਾਗੂ ਕਰਨ ਵਾਸਤੇ ਛੇਤੀ ਤੋਂ ਛੇਤੀ ਇੱਕ ਰੋਡ ਮੈਪ ਐਲਾਨਿਆ ਜਾਵੇ। ਇਸ ਤੋਂ ਪਹਿਲਾਂ ਕਿਸਾਨਾਂ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕੀਤੀ ਜਾਵੇ। ਕਮੇਟੀ ਨੇ ਇਹ ਵੀ ਕਿਹਾ ਕਿ ਕੌਮਾਂਤਰੀ ਦਰਾਮਦ ਬਰਾਮਦ ਨੀਤੀ ਜਦੋਂ ਤੁਸੀਂ ਬਦਲਦੇ ਆ ਤਾਂ ਉਹਦੇ ਨਾਲ ਕਿਸਾਨਾਂ ਨੂੰ ਨੁਕਸਾਨ ਹੁੰਦਾ। ਇਸ ਦੇ ਲਈ ਕਮੇਟੀ ਨੇ ਸਿਫਾਰਿਸ਼ ਕੀਤੀ ਹੈ ਕਿ ਖੇਤੀ ਲਾਗਤ ਤੇ ਜਿਹੜੀ ਕੀਮਤ ਕਮਿਸ਼ਨ ਦੀ ਤਰਜ਼ ਤੇ ਇੱਕ ਸਥਾਈ ਸੰਸਥਾ ਬਣਾਈ ਜਾ ਸਕਦੀ ਹੈ। ਇਸ ਦੇ ਵਿੱਚ ਖੇਤੀ ਮਾਹਰਾਂ ਦੇ ਨਾਲ ਕਿਸਾਨਾਂ ਦੇ ਨੁਮਾਇੰਦਿਆਂ ਨੂੰ ਵੀ ਲਾਜ਼ਮੀ ਤੌਰ ਤੇ ਜਿਹੜਾ ਸ਼ਾਮਲ ਆ ਉਹ ਕੀਤਾ ਜਾਵੇ। ਕੁੱਲ ਮਿਲਾ ਕੇ ਕਮੇਟੀ ਚਾਹੁੰਦੀ ਹੈ ਕਿ ਕਿਸਾਨਾਂ ਦੇ ਲਈ ਜਿਹੜੀ ਵੀ ਨੀਤੀ ਬਣੇ ਉਸ ਦੇ ਵਿੱਚ ਉਸਦੇ ਨੁਮਾਇੰਦੇ ਸ਼ਾਮਲ ਹੋਣ। ਕਮੇਟੀ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਨ ਦੇ ਲਈ ਇੱਕ ਸਕੀਮ ਸ਼ੁਰੂ ਕਰਨ ਦੀ ਵੀ ਸਿਫਾਰਿਸ਼ ਕੀਤੀ ਹੈ। ਇਹਨੇ ਵੀ ਕਿਹਾ ਕਿ ਜਿਹੜੇ ਖੇਤ ਮਜ਼ਦੂਰਾਂ ਨੂੰ ਲੰਬੇ ਸਮੇਂ ਤੋਂ ਪੈਂਡਿੰਗ ਅਧਿਕਾਰ ਦੇਣ ਦੇ ਲਈ ਛੇਤੀ ਤੋਂ ਛੇਤੀ ਇੱਕ ਕਮਿਸ਼ਨ ਜਿਹੜਾ ਕੌਮੀ ਕਮਿਸ਼ਨ ਆ ਉਹ ਵੀ ਕਾਇਮ ਹੋਵੇ। ਦੂਜੇ ਪਾਸੇ ਉਹ ਕਹਿੰਦੇ ਕਿ ਇਹ ਵੀ ਕਿਹਾ ਕਿ 2 ਹੈਕਟੇਅਰ ਤੱਕ ਦੇ ਜਿਹੜੇ ਮਾਲਕ ਨੇ ਛੋਟੇ ਕਿਸਾਨ ਉਹਨਾਂ ਨੂੰ ਲਾਜ਼ਮੀ ਵੀ ਫਸਲ ਬੀਮਾ ਜਿਹੜਾ ਪ੍ਰਦਾਨ ਕਰਨ ਦੀ ਜਿਹੜੀ ਸੰਭਾਵਨਾ ਦਾ ਪਤਾ ਲਾਇਆ ਜਾਵੇ। ਇਸ ਦਾ ਫਾਇਦਾ ਦੇਸ਼ ਦੇ ਨਾਗਰਿਕਾਂ ਨੂੰ ਦਿੱਤਾ ਜਾ ਰਿਹਾ ਪਰ ਕਿਸਾਨਾਂ ਦੇ ਲਈ ਇਸ ਤਰ੍ਹਾਂ ਦਾ ਕੋਈ ਵੱਖਰਾ ਉਪਾਅ ਜਿਹੜਾ ਉਹ ਕੀਤਾ ਜਾਵੇ। ਇਹਦੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੀ ਮਨਰੇਗਾ ਮਜ਼ਦੂਰਾਂ ਦੀਆਂ ਉਜਰਤਾਂ ਦੇ ਵਿੱਚ ਵਾਧਾ ਹੈ ਕਿਉਂਕਿ ਵਰਤਮਾਨ ਜਿਹੜੀਆਂ ਇਸ ਟਾਈਮ ਉਹਨਾਂ ਨੂੰ ਦਿਹਾੜੀ ਮਿਲਦੀ ਆ ਉਹ ਮਹਿੰਗਾਈ ਨੂੰ ਕਾਟ ਨਹੀਂ ਕਰਦੀਆਂ। ਇਸ ਕਰਕੇ ਉਹਨਾਂ ਨੂੰ ਨੋਟ ਪਸਾਰੇ ਦੇ ਸੂਚਕਾਂਕ ਦੇ ਨਾਲ ਵੀ ਜੋੜਿਆ ਜਾਵੇ। ਸਿੱਧੇ ਤੌਰ ਤੇ ਮੈਂ ਤੁਹਾਨੂੰ ਆਸਾਨ ਲਫ਼ਜ਼ਾਂ ਦੇ ਵਿੱਚ ਇਹ ਸਮਝਾ ਦਿੰਦਾ ਕਿ ਜਿਵੇਂ ਜਿਵੇਂ ਮਹਿੰਗਾਈ ਵਧੂਗੀ ਉਵੇਂ ਜਿਹੜੇ ਖੇਤ ਮਜ਼ਦੂਰ ਨੇ ਜਾਂ ਜਿਹੜੇ ਮਨਰੇਗਾ ਮਜ਼ਦੂਰ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਦਿਹਾੜੀ ਆ ਉਹਦੇ ਵਿੱਚ ਵਾਧਾ ਕੀਤਾ ਜਾਵੇ। ਸਾਲ 2009-10 ਨੂੰ ਕਹਿੰਦੇ ਕਿ ਆਧਾਰ ਮੰਨ ਕੇ ਉਜਰਤਾਂ ਵਧਾਉਣ ਦਿਹਾੜੀ ਵਧਾਈ ਜਾਵੇ ਤੇ ਇਹ ਫਾਰਮੂਲਾ ਜਿਹੜਾ ਉਹ ਪਹਿਲਾਂ ਜਿਹੜਾ ਉਹਨੂੰ ਅਖਤਿਆਰ ਕੀਤਾ ਜਾਂਦਾ ਪਰ ਉਹ ਠੀਕ ਨਹੀਂ ਹੈ। ਕਮੇਟੀ ਨੇ ਦੁੱਖ ਪ੍ਰਗਟਾਇਆ ਕਿ ਪੇਂਡੂ ਵਿਕਾਸ ਮੰਤਰਾਲੇ ਨੇ ਉਜਰਤਾਂ ਵਧਾਉਣ ਬਾਰੇ ਕੋਈ ਠੋਸ ਹੁੰਗਾਰਾ ਨਹੀਂ ਭਰਿਆ। ਸਾਡੇ ਜਿਹੜੇ ਦੇਸ਼ ਦੇ ਵਿੱਚ ਜਾਂ ਸਾਡੇ ਜਿਹੜੇ ਬੁੱਧੀਜੀਵੀ ਵਰਗ ਹੈ ਉਹਨਾਂ ਦੇ ਵਿੱਚੋਂ ਬਹੁਤ ਥੋੜੇ ਇਹੋ ਜਿਹੇ ਬੱਚੇ ਨੇ ਜਿਹੜੇ ਅਸਲ ਤੌਰ ਤੇ ਸਮਾਜ ਦਾ ਅਧਿਐਨ ਕਰਦੇ ਨੇ, ਸਮਾਜ ਦੇ ਬਾਰੇ ਐਨਾਲਿਸਿਸ ਕਰਦੇ ਨੇ, ਉਹਨਾਂ ਦੇ ਬਾਰੇ ਖੋਜ ਕਰਦੇ ਨੇ। ਇਹ 2 ਤਰ੍ਹਾਂ ਦੇ ਲੋਕ ਨੇ ਉਹ ਅਸਲ ਦੇ ਵਿੱਚ। ਇੱਕ ਤਾਂ ਉਹ ਨੇ ਜਿਹੜੇ ਦਿੱਲੀ ਦੇ ਵਿੱਚ ਬੈਠੇ ਨੇ ਤੇ ਏਸੀ ਦਫ਼ਤਰਾਂ ਦੇ ਵਿੱਚੋਂ ਕਦੇ ਬਾਹਰ ਨਹੀਂ ਨਿਕਲੇ। ਉਹ ਕਦੇ ਬੰਦੇ ਨੂੰ ਇਹ ਲੈਂਦੇ ਨਹੀਂ ਗੇ ਆਮ ਇਨਸਾਨ ਨੂੰ ਕਿ ਬਈ ਇਹਦੀਆਂ ਲੋੜਾਂ ਥੋੜਾਂ ਦਾ ਮਾਰਿਆ ਇਹ। ਉਹ ਕੈਲਕੂਲੇਸ਼ਨ ਕਰਦੇ ਨੇ ਮੈਥਮੈਟਿਕਲੀ। ਉਹ ਸਿਰਫ ਇਹ ਸੋਚਦੇ ਨੇ ਹਿਸਾਬੀ ਕਿਤਾਬੀ ਤੌਰ ਤੇ ਕਿ ਅੱਛਾ ਇਹ ਇੰਨੀ ਫਸਲ ਹੋ ਗਈ, ਇੰਨੀ ਫਸਲ ਦੇ ਵਿੱਚੋਂ ਇਹਨਾਂ ਨੂੰ ਇੰਨੀ ਆਮਦਨ ਹੋ ਗਈ, ਇੰਨੀ ਆਮਦਨ ਹੋ ਕੇ ਅੱਛਾ ਠੀਕ ਹੈ ਫਲਾਨਾ ਬੰਦਾ ਆਮ ਬੰਦਾ ਉਹਨੂੰ ਸਰਕਾਰ ਆਹ ਕੁਛ ਦੇ ਰਹੀ ਆ, ਉਹਨੂੰ ਇੰਨਾ ਕੁਛ ਮਿਲ ਗਿਆ ਤੇ ਉਹ ਠੀਕ ਆ। ਟੈਲੀਵਿਜ਼ਨ ਵੀ ਉਹੀ ਪ੍ਰਚਾਰਦਾ ਕਿਉਂਕਿ ਮੀਡੀਆ ਉਹਨਾਂ ਦਾ। ਹੁਣ ਮੀਡੀਆ ਦੇ ਵਿੱਚ ਤਾਂ ਉਹੀ ਜਾਊਗਾ ਜਿਹੜੀ ਸਰਕਾਰ ਦੀ ਧਿਰ ਜਿਹੜੀ ਬਹੁ ਗਿਣਤੀ ਧਿਰ ਸੋਚਦੀ ਹੈ। ਬਹੁ ਗਿਣਤੀ ਧਿਰ ਇਹੀ ਸੋਚਦੀ ਹੈ ਵੀ ਜਿਹੜਾ ਬੰਦਾ 30 ਰੁਪਏ ਕਮਾਉਂਦਾ 35-40 ਰੁਪਏ ਕਮਾਉਂਦਾ ਉਹਨੂੰ ਉਹ ਕੋਈ ਗਰੀਬੀ ਦੀ ਕੈਟਾਗਰੀ ਦੇ ਵਿੱਚ ਹੀ ਨਹੀਂ। ਜੇ ਉਹ ਗਰੀਬੀ ਦੀ ਕੈਟਾਗਰੀ ਦੇ ਵਿੱਚ ਨਹੀਂਗਾ ਤੇ ਫਿਰ ਤੁਸੀਂ ਆਪਦੀਆਂ ਤਨਖਾਹਾਂ ਉਸ ਹਿਸਾਬ ਦੇ ਨਾਲ ਕਰ ਲਓ। ਤੁਹਾਨੂੰ ਕਿਉਂ ਲੋੜ ਹੈ ਮਾਲੀ ਦੀ, ਚੌਕੀਦਾਰ ਦੀ, ਡਰਾਈਵਰ ਦੀ, ਕਿਚਨ ਦੇ ਵਿੱਚ ਕੰਮ ਕਰਨ ਵਾਲੇ ਇੱਕ ਅੱਡ ਤੋਂ ਨੌਕਰ ਦੀ, ਸੁਰੱਖਿਆ ਦੀ, ਕੰਪਿਊਟਰ ਤੇ ਟਾਈਪ ਕਰਨ ਵਾਲੇ ਇੱਕ ਬੰਦੇ ਦੀ। ਤੁਹਾਨੂੰ ਸਾਰਾ ਕੁਛ ਮਿਲਦਾ ਨਾ। ਜਿਹੜੀ ਆਪਾਂ ਕਹਿੰਦੇ ਕਿ ਕਿਸੇ ਐਮਐਲਏ ਐਮਪੀ ਦੀ ਤਨਖਾਹ ਹੈ ਉਹ ਤਾਂ ਇਕੱਲੀ ਤਨਖਾਹ ਹੈ। ਜਿਵੇਂ ਮੰਨ ਲਓ ਪੰਜਾਬ ਦੇ ਵਿੱਚ ਐਮਐਲਏ ਦੀ ਤਨਖਾਹ ਸ਼ਾਇਦ 1 ਲੱਖ ਰੁਪਏ ਕੁਛ ਹਜ਼ਾਰ ਹੈ, ਉਹ ਇਕੱਲੀ ਉਹਨੂੰ ਮਿਲਣੀ ਹੈ। ਆਪਾਂ ਕਈ ਵਾਰੀ ਐਡ ਕਰ ਲੈਂਦੇ ਪਰ ਜਿਹੜੀ ਉਹਦਾ 15,000 ਰੁਪਇਆ ਤਾਂ ਉਹਨੂੰ ਬਿੱਲ ਦਾ ਜਿਹੜਾ ਆਮ ਆਉਂਦਾ ਜਾਂਦਾ ਫੋਨ ਕਰਨਾ ਇਹਦਾ ਮਿਲਦਾ। ਗੱਡੀ ਦਾ ਤੇਲ ਉਹਨੂੰ ਅੱਡ ਤੋਂ ਮਿਲਦਾ, ਉਹ ਕਿੰਨਾ ਕਲੇਮ ਕਰਦਾ। ਉਹਦੇ ਨਾਲ ਜਿਹੜਾ ਪੀਏ ਆ ਉਹਦੀ ਤਨਖਾਹ ਸਰਕਾਰ ਦਿੰਦੀ, ਲੋਕ ਦਿੰਦੇ ਬਲਕਿ ਆਪਾਂ ਦੇਖਾਂਗੇ ਉਹ ਐਮਐਲਏ ਐਮਪੀ ਨਹੀਂ ਦਿੰਦਾ। ਇਸੇ ਕਰਕੇ ਬਹੁਤੇ ਐਮਐਲਏ ਐਮਪੀਜ਼ ਨੇ ਆਪਣੇ ਰਿਸ਼ਤੇਦਾਰ ਰੱਖੇ ਹੁੰਦੇ। 2 ਪੀਏ ਦੀ ਤਨਖਾਹ ਮਿਲਦੀ ਹੈ ਉਹਨਾਂ ਨੂੰ ਬਕਾਇਦਾ ਤੌਰ ਤੇ ਔਰ ਉਹਨੇ ਜੇਬ ਚੋਂ ਨਹੀਂ ਦੇਣੀ ਹੁੰਦੀ। ਉਹ ਸਿਰਫ ਇਸ ਕਰਕੇ ਹੁੰਦੇ ਕਿ ਇਹ ਕਈ ਵਾਰੀ ਕਹਿ ਦਿੰਦੇ ਸਾਡੇ ਜਿਹੜੇ ਲੀਡਰ ਨੇ ਉਹ ਜੀ ਅੰਗਰੇਜ਼ੀ 'ਚ ਸੀਗਾ ਨੋਟਿਸ ਤੇ ਉਹ ਸਾਨੂੰ ਸਮਝ ਨਹੀਂ ਆਇਆ। ਉਹ ਭਲੇ ਮਾਨਸੋ ਤੁਹਾਨੂੰ ਜਿਹੜਾ ਸਟਾਫ ਦਿੱਤਾ ਉਹ ਇਸੇ ਕਰਕੇ ਦਿੱਤਾ ਕਿ ਤੁਸੀਂ ਉਹਦਾ ਤਰਜਮਾ ਕਰਾ ਕੇ ਉਹਦੇ ਤੇ ਗੱਲ ਕਰੋ। ਪਰ ਸਿਆਸਤ ਤਾਂ ਬਣ ਗਈ ਲੁੱਟ ਦਾ ਖੇਡ। ਇਹ ਤਾਂ ਲੋਕਾਂ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ। ਫਲਾਨੀ ਖੱਡ ਕਿਹੜੇ ਬੰਦੇ ਕੋਲੇ? ਅੱਛਾ ਉਹ ਅਕਾਲੀਆਂ ਕੋਲੇ ਆ, ਕਾਂਗਰਸੀਆਂ ਕੋਲੇ, ਲਿਆਓ ਆਪਣੇ ਕੋਲੇ। ਅੱਛਾ ਉਹ ਫਲਾਨੇ ਝਾੜੂ ਵਾਲੇ ਕੋਲੇ ਆ, ਨਹੀਂ ਉਹਨੂੰ ਕੱਢੋ ਉੱਥੋਂ ਬਾਹਰ।
ਲਿਆਓ ਆਪਣੇ ਕੋਲੇ ਫਲਾਣੇ SSP, ਫਲਾਣੇ DSP ਦੀ, ਫਲਾਣੇ ਬੰਦੇ ਦੀ ਲਾ ਦਿਓ ਡਿਊਟੀ। ਚੱਕਰ ਤਾਂ ਆਹ ਚਲਾ ਰਹੇ ਆ, ਭਰੀਆਂ ਤਾਂ ਜੇਬਾਂ ਜਾ ਰਹੀਆਂ ਨੇ। ਸਰਕਾਰਾਂ ਤੋਂ ਬਹੁਤ ਕੁਛ ਮਿਲਦਾ, ਦੇਸ਼ ਨੂੰ ਲੋਕ ਬਣਾਉਂਦੇ ਨੇ। ਕੋਈ ਮੋਦੀ ਜਾਂ ਕੋਈ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਸਾਹਿਬ ਜਾਂ ਕੋਈ ਮਾਇਆਵਤੀ, ਕੇਜਰੀਵਾਲ ਨਹੀਂ ਬਣਾਉਂਦਾ ਦੇਸ਼ ਨੂੰ। ਇਹ ਠੀਕ ਨੇ, ਉਹ ਉਹਨਾਂ ਅਹੁਦਿਆਂ ਤੇ ਬੈਠੇ ਨੇ ਜਿਹੜੇ ਕੰਟਰੋਲ ਕਰਦੇ ਨੇ, ਪਰ ਦੇਸ਼ ਨੂੰ ਇੱਕ ਆਮ ਬੰਦਾ ਬਣਾਉਂਦਾ, ਇੱਕ ਆਮ ਮਾਤੜ ਬਣਾਉਂਦਾ, ਜਿਹੜਾ ਸਵੇਰ ਤੋਂ ਉੱਠ ਕੇ ਸਾਰੀਆਂ ਚੀਜ਼ਾਂ ਸ਼ਾਮ ਰਾਤ ਨੂੰ ਪੈਣ ਤੱਕ ਉਹ ਟੈਕਸ ਭਰਦਾ, ਆਪਣੀ ਉਜਰਤ ਦੇ ਵਿੱਚੋਂ ਟੈਕਸ ਦਿੰਦਾ, ਆਪਣੀ ਕਮਾਈ ਦੇ ਵਿੱਚੋਂ, ਆਪਣੇ ਕਾਰੋਬਾਰ ਦੇ ਵਿੱਚੋਂ ਟੈਕਸ ਦਿੰਦਾ। ਉਹ ਸੜਕ ਤੇ ਚੱਲਦਾ ਫਿਰ ਵੀ ਟੈਕਸ ਦਿੰਦਾ, ਉਹ ਪੈਟਰੋਲ ਪਵਾਉਂਦਾ ਤਾਂ ਵੀ ਟੈਕਸ ਦਿੰਦਾ, ਉਹ ਕੋਈ ਦਵਾਈ ਖਰੀਦਦਾ, ਬਿਮਾਰ ਹੋਇਆ ਮੰਜੇ ਤੇ ਪਿਆ, ਬੇਸ਼ੱਕ ਉਹਦੀ ਆਰਥਿਕ ਸਮਰੱਥਾ ਨਾ ਹੋਵੇ, ਪਰ ਫਿਰ ਵੀ ਉਹਦੇ ਤੇ ਜਿਹੜਾ ਦਵਾਈ ਤੇ ਟੈਕਸ ਲੱਗਦਾ ਉਹਨੂੰ ਪੇ ਕਰਨਾ ਹੀ ਪੈਣਾ। ਹਰ ਇੱਕ ਚੀਜ਼ ਤੇ ਟੈਕਸ ਦਿੰਦਾ, ਕੱਲੀ ਆਕਸੀਜਨ ਉਹਨੂੰ ਫ੍ਰੀ ਆ। ਔਰ ਇਸ ਤਰੀਕੇ ਨਾਲ, ਕਿਉਂਕਿ ਆ ਕਮੇਟੀ, ਚਲੋ ਚੰਗੀ ਗੱਲ, ਇਹਦੇ ਵਿੱਚ ਕੋਈ ਉਹੋ ਜਿਹਾ ਰੌਸ਼ਨ ਦਿਮਾਗ ਬੰਦਾ ਵੀ ਕੋਈ ਇੱਕ ਅੱਧਾ ਹੋਣਾ, ਸਾਰੇ ਤਾਂ ਚਲੋ ਕਈ ਵਾਰੀ ਨਹੀਂ ਵੀ ਹੁੰਦੇ, ਪਰ ਇੱਕ ਕਮੇਟੀ ਕਹਿੰਦੀ ਹੈ ਕਿ ਜਦੋਂ ਤੁਸੀਂ ਕਿਸੇ ਵਰਗ ਲਈ ਨੀਤੀ ਬਣਾ ਰਹੇ ਹੋ, ਘੱਟੋ ਘੱਟ ਉਹਦੇ ਨੁਮਾਇੰਦਿਆਂ ਨੂੰ ਤਾਂ ਸ਼ਾਮਲ ਕਰੋ ਨਾ। ਇਹ ਥੋੜ੍ਹਾ ਕਿ ਕੋਈ ਬੰਦਾ ਪੰਜਾਬ 'ਚ ਬੈਠਾ ਤੇ ਉਹਦੀ ਜਿਹੜੀ ਕਿਸਮਤ ਆ, ਉਹਦੀ ਜਿਹੜੀ ਕਾਇਆ ਕਲਪ ਕਰਨੀ ਹੈ, ਉਹ ਕੋਈ ਬੰਬੇ ਦੇ ਵਿੱਚ ਬੈਠਾ, ਕੋਈ ਹੋਰ ਵੱਡੇ ਸ਼ਹਿਰ ਦੇ ਵਿੱਚ ਬੈਠਾ, ਮੈਟਰੋ ਸਿਟੀ ਦੇ ਵਿੱਚ ਬੈਠਾ ਕੋਈ ਅਫਸਰ ਕਰ ਰਿਹਾ, ਜਿਹੜਾ ਕਦੇ ਆਪ ਧਰਾਤਲ ਤੇ ਆਇਆ ਹੀ ਨਹੀਂਗਾ। ਇਸੇ ਕਰਕੇ ਲੋਕਾਂ ਦੀ ਤਕਦੀਰ ਨਹੀਂ ਬਦਲੀ, ਇਸੇ ਕਰਕੇ ਲੋਕਾਂ ਦੇ ਹਾਲਾਤ ਨਹੀਂ ਬਦਲੇ। ਆਰਥਿਕ ਤੌਰ ਤੇ ਬਹੁਤ ਕੁਛ ਕਰਨ ਵਾਲਾ ਕੱਲਾ ਦਮਜਗੇ ਮਾਰ ਨਾਲ ਕੁਛ ਨਹੀਂ ਹੁੰਦਾ, ਤੁਹਾਨੂੰ ਧਰਾਤਲ ਤੇ ਉਤਰ ਕੇ ਕੰਮ ਕਰਨੇ ਪੈਣੇ ਨੇ। ਸਕੀਮਾਂ ਬਹੁਤ ਨੇ, ਪੈਸਾ ਬਹੁਤ ਆਉਂਦਾ, ਪਰ ਕੀ ਉਹ ਅਮਲੀ ਰੂਪ ਦੇ ਵਿੱਚ ਲੱਗਦਾ ਵੀ ਹੈ, ਜਾਂ ਉਹ ਡਾਢਿਆਂ ਦੀਆਂ ਧਨਾਡਾਂ ਦੀਆਂ ਜੇਬਾਂ ਦੇ ਵਿੱਚ ਪੈ ਜਾਂਦਾ? ਇੱਕ ਬਹੁਤ ਵੱਡਾ ਸਵਾਲ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਐਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰ ਰਹੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।